किताब विपरण की रीत तो सच दा मार्ग भाग 8वां। लेखक सरदार गुरबख्श सिंह काला अफगाना। छेवें कांड दा तीजा भाग खोटे मित्र। चौथा भाग ज्ञानदाता गुरु परमेश्वर सच्चा मित्र। पंजवां भाग गुरु सज्जण। छेवां भाग हर प्रभ सज्जण ਅਤੇ ਸਤਵਾਂ ਭਾਗ ਅੰਤਰ ਪ੍ਰੇਮ ਪ੍ਰਾਪਤ ਦਰਸ਼ਨ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਘਰ ਮੰਦਰ ਖੁਸ਼ੀਆਂ ਤਹੀਂ ਜਹ ਤੂੰ ਆਵੇਂ ਚਿੱਤ, ਦੁਨੀਆ ਕੀਆਂ ਵਡਿਆਈਆਂ ਨਾਨਕ ਸਭ ਕੁਮਿਤ। ਪੰਨਾ 319। ਅਰਥ, ਉਹਨਾਂ ਘਰਾਂ ਮੰਦਰਾਂ ਵਿੱਚ ਹੀ ਅਸਲੀ ਖੁਸ਼ੀਆਂ ਹਨ ਜਿੱਥੇ ਹੇ ਪ੍ਰਭੂ ਤੂੰ ਯਾਦ ਆਉਂਦਾ ਹੈ। ਹੇ ਨਾਨਕ, ਜੇ ਪ੍ਰਭੂ ਵਿਸਰੇ ਤਾਂ ਦੁਨੀਆ ਦੀਆਂ ਸਾਰੀਆਂ ਵਡਿਆਈਆਂ ਖੋਟੇ ਮਿੱਤਰ ਹੀ ਹਨ। ਨਾਨਕ ਮਿੱਤਰਾਈ ਤਿਸ ਸਿਉ ਸਭ ਕਿਛ ਜਿਸ ਕੈ ਪਾਸ, ਕੁਮਿੱਤਰਾਂ ਸੇਈ ਕਾਂਢੀਐ ਇੱਕ ਵੇਖ ਨਾ ਚੱਲੈ ਸਾਥ। ਪੰਨਾ 318। ਅਰਥ, ਹੇ ਨਾਨਕ, ਉਸ ਪ੍ਰਭੂ ਨਾਲ ਦੋਸਤੀ ਪਾਉਣੀ ਚਾਹੀਦੀ ਹੈ ਜਿਸ ਦੇ ਵੱਸ ਵਿੱਚ ਹਰੇਕ ਗੱਲ ਹੈ, ਪਰ ਜੋ ਇੱਕ ਕਦਮ ਵੀ ਸਾਡੇ ਨਾਲ ਨਹੀਂ ਜਾ ਸਕਦੇ ਉਹ ਕੁਮਿੱਤਰ ਕਹੇ ਜਾਂਦੇ ਹਨ। ਉਹਨਾਂ ਨਾਲ ਮੋਹ ਨਾ ਪਾਉਂਦੇ ਫਿਰੋ। ਸੇ ਸੈਣ ਸੇ ਸੱਜਣਾ ਜੇ ਗੁਰਮੁਖ ਮਿਲੇ ਸੁਭਾਏ, ਸਤਿਗੁਰ ਕਾ ਪਾਣਾ ਆਨ ਦਿਨ ਕਰੈ ਸੇ ਸੱਚ ਰਹੇ ਸਮਾਏ। ਦੂਜੇ ਭਾਏ ਲੱਗੇ ਸੱਜਣ ਨਾ ਆਖੀਐ, ਜੇ ਅਭਿਮਾਨ ਕਰੇ ਵਿਕਾਰ, ਮਨਮੁਖ ਆਪ ਸੁਵਾਰਥੀ ਕਾਰਜ ਨਾ ਸਕੈ ਸਵਾਰ। ਨਾਨਕ ਪੂਰਬ ਲਿਖਿਆ ਕਮਾਵਣਾ ਕੋਏ ਨਾ ਮੇਟਣ ਹਾਰ। ਪੰਨਾ 643। ਅਰਥ, ਸਤਿਗੁਰਾਂ ਦੇ ਸਨਮੁਖ ਹੋਏ ਮਨੁੱਖ ਆਪ ਨਿਵਾਰ ਕੇ ਪ੍ਰਭੂ ਵਿੱਚ ਸੁਭਾਵਕ ਹੀ ਲੀਨ ਹੋ ਜਾਂਦੇ ਹਨ। ਉਹ ਭਲੇ ਲੋਕ ਹਨ ਤੇ ਸਾਡੇ ਸਾਥੀ ਹਨ ਜੋ ਸਦਾ ਸਤਿਗੁਰ ਦਾ ਭਾਣਾ ਮੰਨਦੇ ਹਨ। ਉਹ ਸੱਚੇ ਹਰੀ ਵਿੱਚ ਸਮਾਏ ਰਹਿੰਦੇ ਹਨ। ਉਹਨਾਂ ਨੂੰ ਸੰਤ ਜਨ ਨਹੀਂ ਆਖੀਦਾ ਜੋ ਮਾਇਆ ਦੇ ਮੋਹ ਵਿੱਚ ਲੱਗੇ ਹੋਏ ਅਹੰਕਾਰੀ ਅਤੇ ਵਿਕਾਰੀ ਹਨ। ਮਨਮੁਖ ਆਪਣੇ ਮਤਲਬ ਦੇ ਪਿਆਰੇ ਹੋਣ ਕਰਕੇ ਕਿਸੇ ਦਾ ਕੰਮ ਨਹੀਂ ਸਵਾਰ ਸਕਦੇ। ਪਰ ਹੇ ਨਾਨਕ, ਉਹਨਾਂ ਦੇ ਸਿਰ ਕੀ ਦੋਸ਼? ਪਿਛਲੇ ਕੀਤੇ ਕੰਮਾਂ ਅਨੁਸਾਰ ਮੁੱਢ ਤੋਂ ਉਕਰਿਆ ਹੋਇਆ ਸੰਸਕਾਰ ਰੂਪ ਲੇਖ ਕਮਾਉਣਾ ਪੈਂਦਾ ਹੈ, ਕੋਈ ਮਿਟਾਉਣ ਜੋਗਾ ਨਹੀਂ। ਕਿਸ ਪਰਭਾਸੈ ਵਿਚਰੇ ਭਵਨ, ਮੂੜ ਮੁਗਧ ਤੇਰਾ ਸੰਗੀ ਕਵਨ। ਆਰਾਮ ਸੰਗੀ ਤਿਸ ਗਤ ਨਹੀਂ ਜਾਣੈ, ਪੰਚ ਬਟਵਾਰੇ ਸੇ ਮੀਤ ਕਰ ਮਾਨੈ। ਪੰਨਾ 898। ਅਰਥ, ਹੈ ਮੂਰਖ, ਪ੍ਰਭੂ ਤੋਂ ਬਿਨਾਂ ਹੋਰ ਕਿਸ ਦੇ ਸਹਾਰੇ ਤੂੰ ਜਗਤ ਵਿੱਚ ਤੁਰਿਆ ਫਿਰਦਾ ਹੈ। ਹੇ ਮੂਰਖ, ਪ੍ਰਭੂ ਤੋਂ ਬਿਨਾਂ ਹੋਰ ਤੇਰਾ ਕੌਣ ਸਾਥੀ ਬਣ ਸਕਦਾ ਹੈ। ਹੇ ਮੂਰਖ, ਪਰਮਾਤਮਾ ਹੀ ਤੇਰਾ ਅਸਲ ਸਾਥੀ ਹੈ। ਉਸ ਨਾਲ ਤੂੰ ਜਾਣ ਪਛਾਣ ਨਹੀਂ ਬਣਾਉਂਦਾ। ਇਹ ਕਾਮਾਦਿਕ 5 ਡਾਕੂ ਹਨ, ਇਹਨਾਂ ਨੂੰ ਤੂੰ ਆਪਣੇ ਮਿੱਤਰ ਸਮਝ ਰਿਹਾ ਹੈ। ਦੁਸ਼ਟਾਂ ਨਾਲ ਦੋਸਤੀ, ਨਾਲ ਸੰਤਾਂ ਵੈਰ ਕਰਨ, ਆਪ ਡੁੱਬੇ ਕੁਟੰਬ ਸਿਉ ਸਗਲੇ ਕੁਲ ਡੁੱਬੈਨ। ਪੰਨਾ 755। ਅਰਥ, ਅਜਿਹੇ ਮਨੁੱਖ ਭੈੜੇ ਬੰਦਿਆਂ ਨਾਲ ਮਿੱਤਰਤਾ ਗੰਢੀ ਰੱਖਦੇ ਹਨ ਅਤੇ ਸੰਤ ਜਨਾਂ ਨਾਲ ਵੈਰ ਕਰਦੇ ਹਨ। ਉਹ ਆਪ ਆਪਣੇ ਪਰਿਵਾਰ ਸਮੇਤ ਸੰਸਾਰ ਸਮੁੰਦਰ ਵਿੱਚ ਡੁੱਬ ਜਾਂਦੇ ਹਨ। ਆਪਣੀਆਂ ਕੁੱਲਾਂ ਨੂੰ ਵੀ, ਆਪਣੇ ਹਰ ਰਿਸ਼ਤੇਦਾਰਾਂ ਨੂੰ ਵੀ ਨਾਲ ਹੀ ਡੁੱਬ ਲੈਂਦੇ ਹਨ। ਸੱਚੀ ਬੈਸਕ ਤਿਨਾ ਸੰਗ, ਜਿਨ ਸੰਗ ਜਪੀਐ ਨਾਉ, ਤਿਨ ਸੰਗ ਸੰਗ ਨਾ ਕੀਚਈ, ਨਾਨਕ ਜਿਨ੍ਹਾਂ ਆਪਣਾ ਸੁਭਾਉ। ਪੰਨਾ 520। ਭਾਗ ਚੌਥਾ ਗਿਆਨਦਾਤਾ ਗੁਰੂ ਪਰਮੇਸ਼ਰ ਸੱਚਾ ਮਿੱਤਰ। ਬ੍ਰਾਹਮਣੀ ਰਸਮਾਂ ਦੁਆਰਾ ਆਪਣੇ ਸਤਿਗੁਰ ਜੀ ਨਾਲ ਗੁਰਚੇਲੇ ਦਾ ਰਿਸ਼ਤਾ ਜੋੜਨ ਦੀ ਗੱਲ ਕਰਨ ਵਾਲੇ ਹੇ ਸਤਿਗੁਰਾਂ ਦੇ ਸ਼ਰਧਾਲੂ ਗੁਰਸਿੱਖੋ, ਪੈਰ ਧੋ ਕੇ ਪਿਲਾਉਣ ਦੀ ਕਥਿਤ ਰਸਮ ਪੂਰੀ ਕਰਨ ਉਪਰੰਤ ਗਿਆਨ ਦੀ ਬਖਸ਼ਿਸ਼ ਕਰਨ ਦੀ ਗੱਲ ਕਰਨ ਵਾਲੇ ਸੱਜਣੋ, ਆਓ ਦਰਸ਼ਨ ਕਰ ਲਓ ਸੱਚੇ ਮਿੱਤਰ ਗੁਰਦੇਵ ਜੀ ਦੇ। ਅਨੂਪਮ ਸਤਿਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਪਵਿੱਤਰ ਨਾਮਣੇ ਨਾਲ ਕਰਮਕਾਂਡੀ ਰਸਮਾਂ ਜੋੜਨ ਵਾਲੇ ਮਿੱਤਰੋ, ਇੱਧਰ ਵੇਖੋ ਸਤਿਗੁਰੂ ਨਾਨਕ ਸਾਹਿਬ ਜੀ ਜੋਤ ਦੇ 11ਵੇਂ ਅਤੇ ਸਦੀਵੀਂ ਮਾਲਕ ਪੂਰਨ ਸਤਿਗੁਰੂ ਗ੍ਰੰਥ ਸਾਹਿਬ ਜੀ ਉਪਦੇਸ਼ ਦੇਣ ਤੋਂ ਪਹਿਲਾਂ ਸਾਨੂੰ ਅਕਿਰਤ ਘਣਾ ਨੂੰ ਕਿਵੇਂ ਸੰਬੋਧਨ ਕਰ ਰਹੇ ਹਨ। ਸੰਤੋ ਸੁਣੋ ਸੁਣੋ ਜਨ ਭਾਈ, ਗੁਰ ਕਾਂਢੀ ਬਾਹਾਂ ਕੋ ਕੀਜੈ। ਜੇ ਆਤਮ ਕੋ ਸੁਖ ਸੁਖ ਨਿਤ ਲੋੜੋ, ਤਾਂ ਸਤਿਗੁਰ ਸ਼ਰਨ ਭਵੀਜੈ। ਜੇ ਵਡਭਾਗ ਹੋਏ ਅਤ ਨੀਕਾ, ਤਾਂ ਗੁਰਮਤਿ ਨਾਮ ਦਰੜੀਚੈ।
सब माया मोह बिखम जग तरिय, सहजे हर रस पीजै। माया माया के जो अधिकाई, विच माया पचै पचीजै। अज्ञान अंधेर महा पंथ बिखड़ा, अहंकार भार लद लीजै। नानक राम रम 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 रामै, ते गत कीजै। सतगुर मिले ਤਾਂ ਨਾਮ ਦਿਰੜਾਏ, ਰਾਮ ਨਾਮੇ ਰਲੇ ਮਿਲੀਜੈ। ਪੰਨਾ 1326। ਅਰਥ, हे ਸੰਤ ਜਨੋ, हे ਭਰਾਵੋ, ਗੁਰੂ ਨੇ ਆਪਣੀ ਬਾਂਹ ਉੱਚੀ ਕੀਤੀ ਹੋਈ ਹੈ ਤੇ ਕੂਕ ਕੂਕ ਕੇ ਕਹਿ ਰਿਹਾ ਹੈ ਕਿ ਉਸ ਦੀ ਗੱਲ ਧਿਆਨ ਨਾਲ ਸੁਣੋ। हे ਸੰਤ ਜਨੋ, ਜੇ ਤੁਸੀਂ ਆਪਣੀ ਜਿੰਦ ਵਾਸਤੇ ਸਦਾ ਦਾ ਸੁੱਖ ਚਾਹੁੰਦੇ ਹੋ ਤਾਂ ਗੁਰੂ ਦੀ ਸ਼ਰਨ ਪਏ ਰਹਿਣਾ ਚਾਹੀਦਾ ਹੈ। हे ਭਾਈ, ਜੇ ਕਿਸੇ ਮਨੁੱਖ ਦੀ ਵੱਡੀ ਚੰਗੀ ਕਿਸਮਤ ਹੋਵੇ ਤਾਂ ਗੁਰੂ ਦੀ ਮੱਤ ਲੈ ਕੇ ਆਪਣੇ ਅੰਦਰ ਪ੍ਰਮਾਤਮਾ ਦਾ ਨਾਮ ਪੱਕਾ ਕਰਦਾ ਹੈ। हे ਭਾਈ, ਮਾਇਆ ਦਾ ਮੋਹ ਇਹ ਸਾਰਾ ਬੜਾ ਔਖਾ ਸੰਸਾਰ ਸਮੁੰਦਰ ਹੈ। ਨਾਮ ਦੀ ਬਰਕਤ ਨਾਲ ਇਹ ਤਰਿਆ ਜਾ ਸਕਦਾ ਹੈ। ਇਸ ਵਾਸਤੇ ਆਤਮਿਕ ਅਡੋਲਤਾ ਵਿੱਚ ਟਿਕ ਕੇ ਪ੍ਰਮਾਤਮਾ ਦਾ ਨਾਮ ਰਸ ਪੀਣਾ ਚਾਹੀਦਾ ਹੈ। हे ਭਾਈ, ਜਿਹੜੇ ਮਨੁੱਖ ਨਿਰੇ ਮਾਇਆ ਦੇ ਹੀ ਬਹੁਤੇ ਪ੍ਰੇਮੀ ਹਨ, ਉਹ ਸਦਾ ਦੁਖੀ ਰਹਿੰਦੇ ਹਨ। ਮਾਇਆ ਦਾ ਪ੍ਰੇਮੀ ਮਨੁੱਖ ਤਾਂ ਹਰ ਵੇਲੇ ਮਾਇਆ ਦੀ ਤ੍ਰਿਸ਼ਨਾ ਦੀ ਅੱਗ ਵਿੱਚ ਸੜਦਾ ਰਹਿੰਦਾ ਹੈ। ਅਜਿਹੇ ਮਨੁੱਖ ਵਾਸਤੇ ਆਤਮਿਕ ਜੀਵਨ ਵੱਲੋਂ ਬੇਸਮਝੀ ਇੱਕ ਘੁੱਪ ਹਨੇਰਾ ਬਣ ਜਾਂਦਾ ਹੈ। ਉਸ ਮਨੁੱਖ ਵਾਸਤੇ ਜ਼ਿੰਦਗੀ ਦਾ ਰਸਤਾ ਔਖਾ ਹੋ ਜਾਂਦਾ ਹੈ, ਕਿਉਂਕਿ ਉਹ ਮਨੁੱਖ ਅਹੰਕਾਰ ਰੂਪ ਭਾਰ ਨਾਲ ਸਦਾ ਲੱਦਿਆ ਰਹਿੰਦਾ ਹੈ। हे ਨਾਨਕ, ਸਦਾ ਵਿਆਪਕ ਰਾਮ ਦਾ ਨਾਮ ਸਿਮਰਦਾ ਰਹੋ। ਵਿਆਪਕ ਰਾਮ ਦੇ ਨਾਮ ਤੋਂ ਹੀ ਉੱਚੀ ਆਤਮਿਕ ਅਵਸਥਾ ਹਾਸਲ ਕਰ ਸਕੀਦੀ ਹੈ। ਜਦੋਂ ਗੁਰੂ ਮਿਲਦਾ ਹੈ, ਉਹ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਪੱਕਾ ਕਰਦਾ ਹੈ। ਮਨੁੱਖ ਪਰਮਾਤਮਾ ਦੇ ਨਾਮ ਵਿੱਚ ਸਦਾ ਲੀਨ ਹੋ ਜਾਂਦਾ ਹੈ। ਸਾਜਨ ਸੰਤ ਹਮਾਰੇ ਮੀਤਾ, ਬਿਨ ਹਰ ਹਰ ਅਨੀਤਾ ਰੇ। ਸਾਧ ਸੰਗ ਮਿਲ ਹਰ ਗੁਣ ਗਾਏ, ਇਹ ਜਨਮ ਪਦਾਰਥ ਜੀਤਾ ਰੇ। ਪੰਨਾ 404। ਅਰਥ, हे ਸੰਤ ਜਨੋ, हे ਸੱਜਣੋ, हे ਮਿੱਤਰੋ, ਜਗਤ ਵਿੱਚ ਜੋ ਕੁਝ ਵੀ ਦਿਸ ਰਿਹਾ ਹੈ, ਪਰਮਾਤਮਾ ਤੋਂ ਬਿਨਾਂ ਹੋਰ ਸਭ ਕੁਝ ਨਾਸ਼ਵੰਤ ਹੈ। ਦਿਸਦੇ ਪਸਾਰੇ ਨਾਲ ਮੋਹ ਪਾਇਆ ਦੁੱਖ ਹੀ ਪ੍ਰਾਪਤ ਹੋਏਗਾ। ਜਿਸ ਮਨੁੱਖ ਨੇ ਸਾਧ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਵਿੱਚ ਮਿਲ ਕੇ, ਭਾਵ ਗੁਰਬਾਣੀ ਦੀ ਵਿਚਾਰ ਵਿੱਚ ਮਨ ਜੋੜ ਕੇ ਸਤਿਗੁਰਾਂ ਦੀ ਸਿੱਖਿਆ ਅਨੁਸਾਰ ਪਰਮਾਤਮਾ ਦੇ ਗੁਣ ਗਾਉਣੇ ਆਰੰਭ ਕਰ ਦਿੱਤੇ, ਉਸ ਨੇ ਇਹ ਕੀਮਤੀ ਮਨੁੱਖਾ ਜਨਮ ਜਿੱਤ ਲਿਆ, ਸਫਲ ਕਰ ਲਿਆ। ਸ਼ਲੋਕ। ਜਾਰ ਮੀਤ ਸੁਣ ਸਾਜਨੋ, ਬਿਨ ਹਰ ਛੂਟਨ ਨਾਹੀਂ। ਨਾਨਕ ਤਿਹ ਬੰਧਨ ਕਟੇ, ਗੁਰ ਕੀ ਚਰਨੀ ਪਾਹੇ। ਪੰਨਾ 259। ਅਰਥ, हे ਮਿੱਤਰੋ, हे ਸੱਜਣੋ, ਸੁਣ, ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾਂ ਮਾਇਆ ਦੇ ਬੰਧਨਾਂ ਤੋਂ ਖਲਾਸੀ ਨਹੀਂ ਹੁੰਦੀ। हे ਨਾਨਕ, ਜਿਹੜੇ ਬੰਦੇ ਗੁਰੂ ਦੀ ਚਰਨੀ ਪੈਂਦੇ ਹਨ, ਉਹਨਾਂ ਦੇ ਮਾਇਆ ਦੇ ਮੋਹ ਦੇ ਬੰਧਨ ਕੱਟੇ ਜਾਂਦੇ ਹਨ। ਗੋਬਿੰਦ ਜਸ ਗਾਈਏ ਹਰ ਨੀਤ, ਮਿਲ ਭਜੀਏ ਸਾਧ ਸੰਗ ਮੇਰੇ ਮੀਤ। ਪੰਨਾ 296। ਅਰਥ, हे ਮੇਰੇ ਮਿੱਤਰ, ਸਦਾ ਹੀ ਗੋਬਿੰਦ ਪ੍ਰਭੂ ਦੀ ਸਿਫਤ ਸਲਾਹ ਗਾਉਂਦੇ ਰਹਿਣਾ ਚਾਹੀਦਾ ਹੈ। ਸਾਧ ਸੰਗਤ ਵਿੱਚ ਮਿਲ ਕੇ ਉਸ ਦਾ ਭਜਨ ਸਿਮਰਨ ਕਰਨਾ ਚਾਹੀਦਾ ਹੈ। ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਪੰਨਾ 386। ਅਰਥ, हे ਵੀਰ, हे ਮਿੱਤਰ, ਕਦੇ ਕਿਸੇ ਦਾ ਬੁਰਾ ਨਾ ਚਿਤਵਿਆ ਕਰੋ। ਕਦੇ ਮਨ ਵਿੱਚ ਇਹ ਇੱਛਾ ਨਾ ਪੈਦਾ ਹੋਣ ਦਿਓ ਕਿ ਕਿਸੇ ਦਾ ਨੁਕਸਾਨ ਹੋਵੇ। ਇਸ ਦਾ ਸਿੱਟਾ ਇਹ ਹੋਵੇਗਾ, ਤੁਹਾਨੂੰ ਵੀ ਕੋਈ ਦੁੱਖ ਨਹੀਂ ਪਹੁੰਚ ਸਕੇਗਾ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ। ਹਰ ਹਰ ਕਥਾ ਨਿਰਾਲੀ। ਪੰਨਾ 667। ਓਏ ਸਾਜਨ ਓਏ ਮੀਤ ਪਿਆਰੇ, ਜੋ ਹਮ ਕੋ ਹਰ ਨਾਮ ਚਿਤਾਰੇ। ਪੰਨਾ 739। ਸੁਣ ਸਾਜਨ ਇਉਂ ਦੁਤਰ ਤਰੀਐ, ਮਿਲ ਸਾਧੂ ਹਰ ਨਾਮ ਉਚਰੀਐ। ਰਹਾਉ। ਏਕ ਬਿਨਾ ਦੂਜਾ ਨਹੀਂ ਜਾਣੇ, ਘਟ ਘੜ ਅੰਤਰ ਪਾਰ ਬ੍ਰਹਮ ਪਛਾਨੇ। ਜੋ ਕਿਛ ਕਰੇ ਸੋਈ ਭਲ ਮਾਨੇ, ਆਦ ਅੰਤ ਕੀ ਕੀਮਤ ਜਾਣੇ। ਕਹੋ ਨਾਨਕ ਤਿਸ ਜਨ ਬਲਿਹਾਰੀ, ਜਾਗੇ ਹਿਰਦੈ ਵਸੈ ਮੁਰਾਰੀ। ਪੰਨਾ 741। ਭਾਗ ਪੰਜਵਾਂ। ਗੁਰੂ ਸੱਜਣ। ਮਹੱਲਾ ਪੰਜਵਾਂ। ਜਿਨ੍ਹਾਂ ਦਿਸ ਅੰਦੜਿਆਂ ਦੁਰਮਤ ਵੰਝੈ, ਮਿੱਤਰ ਅਸਾਡੜੇ ਸਹੀ। ਹੋਂ ਢੁਢੇਂਦੀ ਜਗ ਸਭਾਇਆ, ਜਨ ਨਾਨਕ ਬਿਰਲੇ ਕਹੀ। ਪੰਨਾ 520। ਅਰਥ,
ਸਾਡੇ ਅਸਲ ਮਿੱਤਰ ਉਹੀ ਮਨੁੱਖ ਹਨ ਜਿਨ੍ਹਾਂ ਦਾ ਦੀਦਾਰ ਹੋਇਆਂ ਭੈੜੀ ਮੱਤ ਦੂਰ ਹੋ ਜਾਂਦੀ ਹੈ। ਪਰ ਹੇ ਦਾਸ ਨਾਨਕ, ਮੈਂ ਸਾਰਾ ਜਗਤ ਭਾਲ ਵੇਖਿਆ ਹੈ, ਕੋਈ ਵਿਰਲੇ ਅਜਿਹੇ ਮਨੁੱਖ ਮਿਲਦੇ ਹਨ। ਸਤਿਗੁਰ ਮਿੱਤਰ ਮੇਰਾ ਬਾਲ ਸਖਾਈ, ਹਉ ਰਹਿ ਨਾ ਸਕਾਂ ਬਿਨ ਦੇਖੇ ਮੇਰੀ ਮਾਈ। ਹਰ ਜੀਓ ਕਿਰਪਾ ਕਰੋ ਗੁਰ ਮੇਲੋ, ਜਨ ਨਾਨਕ ਹਰ ਧਨ ਪੱਲੇ ਜੀਓ। ਪੰਨਾ 94। ਅਰਥ, ਮਾਂ, ਗੁਰੂ ਮੇਰਾ ਅਜਿਹਾ ਮਿੱਤਰ ਹੈ ਜਿਵੇਂ ਬਚਪਨ ਦਾ ਸਾਥੀ ਹੈ। ਮੈਂ ਗੁਰੂ ਦਾ ਦਰਸ਼ਨ ਕਰਨ ਤੋਂ ਬਿਨਾਂ ਰਹਿ ਨਹੀਂ ਸਕਦਾ, ਮੈਨੂੰ ਧੀਰਜ ਨਹੀਂ ਆਉਂਦੀ। ਹੇ ਦਾਸ ਨਾਨਕ ਆਖ, ਹੇ ਪ੍ਰਭੂ ਜੀ, ਜਿਸ ਉੱਤੇ ਤੁਸੀਂ ਕਿਰਪਾ ਕਰਦੇ ਹੋ ਉਸ ਨੂੰ ਗੁਰੂ ਮਿਲਾਉਂਦੇ ਹੋ ਤੇ ਉਸ ਦੇ ਪੱਲੇ ਹਰ ਨਾਮ ਧਨ ਇਕੱਠਾ ਹੋ ਜਾਂਦਾ ਹੈ। ਚਾਰੇ ਅਗਨ ਨਿਵਾਰ ਮਰ, ਗੁਰਮੁਖ ਹਰ ਜਲ ਪਾਏ। ਅੰਤਰ ਕਮਲ ਪ੍ਰਗਾਸਿਆ, ਅੰਮ੍ਰਿਤ ਭਰਿਆ ਅਗਾਏ। ਨਾਨਕ ਸਤਿਗੁਰ ਮੀਤ ਕਰ, ਸੱਚ ਪਾਵੇਂ ਦਰਗਾ ਜਾਏ। ਪੰਨਾ 21 ਅਤੇ 22। ਭਾਈ ਰੇ, ਮਿਲ ਸੱਜਣ ਹਰ ਗੁਣ ਸਾਰ, ਸੱਜਣ ਸਤਿਗੁਰ ਪੁਰਖ ਹੈ, ਦੁੱਖ ਕੱਢੇ ਹਉਮੈ ਮਾਰ। ਪੰਨਾ 41। ਅਰਥ, ਹੈ ਭਾਈ, ਗੁਰੂ ਸੱਜਣ ਨੂੰ ਮਿਲ ਕੇ ਪਰਮਾਤਮਾ ਦੇ ਗੁਣ ਆਪਣੇ ਹਿਰਦੇ ਵਿੱਚ ਸੰਭਾਲ। ਸੱਜਣ ਗੁਰੂ ਅਕਾਲ ਪੁਰਖ ਦਾ ਰੂਪ ਹੈ। ਉਹ ਸ਼ਰਨ ਆਏ ਮਨੁੱਖ ਦੇ ਹਿਰਦੇ ਵਿੱਚੋਂ ਹਉਮੈ ਦਾ ਦੁੱਖ ਮਾਰ ਕੇ ਕੱਢ ਦਿੰਦਾ ਹੈ। ਸਾਜਨ ਮੀਤ ਪਿਆਰਾ ਸੋਈ, ਏਕ ਦਿਰੜਾਏ ਦੁਰਮਤ ਖੋਈ। ਕਾਮ ਕ੍ਰੋਧ ਅਹੰਕਾਰ ਤਜਾਏ, ਤਿਸ ਜਨ ਕੋ ਉਪਦੇਸ਼ ਨਿਰਮਲਕਾ। ਪੰਨਾ 1085। ਅਰਥ, ਹੈ ਭਾਈ, ਉਹੀ ਮਨੁੱਖ ਮੇਰਾ ਪਿਆਰਾ ਸੱਜਣ ਹੈ, ਮਿੱਤਰ ਹੈ, ਜਿਹੜਾ ਮੇਰੀ ਖੋਟੀ ਮੱਤ ਦੂਰ ਕਰਕੇ ਮੇਰੇ ਹਿਰਦੇ ਵਿੱਚ ਇੱਕ ਪਰਮਾਤਮਾ ਦੀ ਯਾਦ ਨੂੰ ਪੱਕਾ ਕਰ ਦੇਵੇ, ਜਿਹੜਾ ਮੇਰੇ ਪਾਸੋਂ ਕਾਮ ਕ੍ਰੋਧ ਅਹੰਕਾਰ ਤੋਂ ਖਹਿੜਾ ਛੁਡਾ ਦੇਵੇ। ਹੇ ਭਾਈ, ਉਸ ਮਨੁੱਖ ਨੂੰ ਅਜਿਹਾ ਉਪਦੇਸ਼ ਫੁਰਦਾ ਹੈ ਜੋ ਸੁਣਨ ਵਾਲਿਆਂ ਨੂੰ ਪਵਿੱਤਰ ਕਰ ਦਿੰਦਾ ਹੈ। ਸਾਜਨ ਮੀਤ ਪਿਆਰਾ ਸੋਈ, ਏਕ ਦਰੜਾਏ ਦੁਰਮਤ ਖੋਈ। ਕਾਮ ਕ੍ਰੋਧ ਅਹੰਕਾਰ ਤਜਾਏ, ਤਿਸ ਜਨ ਕੋ ਉਪਦੇਸ਼ ਨਿਰਮਾਇਲਕਾ। ਪੰਨਾ 1085। ਭੂਲੀ ਭੂਲੀ ਮੈਂ ਫਿਰੀ, ਪਾਦਰ ਕਹੇ ਨਾ ਕੋਏ। ਪੁੱਛੋ ਜਾਏ ਸਿਆਣਿਆ, ਦੁੱਖ ਕਾਟੈ ਮੇਰਾ ਕੋਏ। ਸਤਿਗੁਰ ਸਾਚਾ ਮਨ ਵਸੈ, ਸਾਜਨ ਉਤ ਹੀ ਠਾਏ। ਨਾਨਕ ਮਨ ਤ੍ਰਿਪਤਾਸੀਐ, ਸਿਫਤੀ ਸਾਚੈ ਨਾਏ। ਪੰਨਾ 1087। ਗੁਰ ਸੱਜਣ ਪਿਆਰਾ ਮੈਂ ਮਿਲਿਆ, ਹਰ ਮਾਰਗ ਪੰਥ ਦਸਾਹਾ। ਘਰ ਆਵੋ ਚਿਰੀ ਵਿਛੁੰਨਿਆ, ਮਿਲ ਸ਼ਬਦ ਗੁਰੂ ਪ੍ਰਭ ਨਾਹਾ। ਹਉ ਤੁਝ ਬਾਝੋਂ ਖਰੀ ਉਡੀਣੀਆਂ, ਜਿਉ ਜਲ ਬਿਨ ਮੀਨ ਮਰਾਹਾ। ਵਡਭਾਗੀ ਹਰ ਧਿਆਇਆ, ਜਾਂ ਨਾਨਕ ਨਾਮ ਸਮਾਹਾ। ਪੰਨਾ 776। ਮੂੰਹ ਪਿਰੀਆਂ ਸਿਉਨੇ, ਕਿਉ ਸੱਜਣ ਮਿਲੇ ਪਿਆਰਿਆ। ਹਉ ਢੁਢੇਂਦੀ ਤੇਨ ਸੱਜਣ ਸੱਚ ਸਵਾਰਿਆ। ਸਤਿਗੁਰ ਮਹਿੰਡਾ ਮਿਤ ਹੈ, ਜੇ ਮਿਲੇ ਤਾਂ ਇਹ ਮਨ ਵਾਰਿਆ। ਦੇਂਦਾ ਮੂੰਹ ਪਿਰ ਦਸ, ਹਰ ਸੱਜਣ ਸਿਰਜਣਹਾਰਿਆ। ਨਾਨਕ ਹਉ ਪਿਰ ਭਾਲੀ ਆਪਣਾ, ਸਤਿਗੁਰ ਨਾਲ ਦਿਖਾ ਲਿਆ। ਪੰਨਾ 1421। ਭਾਗ ਛੇਵਾਂ। ਹਰ ਪ੍ਰਭ ਸੱਜਣ। ਸਤਿਗੁਰ ਪੁਰਖ ਮਿਲਾਇਆ, ਇੱਕੋ ਸੱਜਣ ਸੋਏ। ਹਰ ਜਨ ਕਾ ਰਾਖਾ ਏਕ ਹੈ, ਕਿਆ ਮਾਨਸ ਹਉਮੈ ਰੋਏ। ਜੋ ਹਰ ਜਨ ਭਾਵੇ ਸੋ ਕਰੇ, ਦਰ ਫੇਰ ਨਾ ਪਾਵੈ ਕੋਏ। ਨਾਨਕ ਰਤਾ ਰੰਗ ਹਰ, ਸਭ ਜਗ ਮੈਂ ਚਾਨਣ ਹੋਏ। ਪੰਨਾ 42। ਅਰਥ, ਅਕਾਲ ਪੁਰਖ ਦੇ ਰੂਪ ਸਤਿਗੁਰੂ ਨੇ ਜਿਸ ਮਨੁੱਖ ਨੂੰ ਉਹ ਪ੍ਰਭੂ ਸੱਜਣ ਹੀ ਮਿਲਾ ਦਿੱਤਾ ਹੈ, ਪ੍ਰਭੂ ਦੇ ਉਸ ਸੇਵਕ ਦਾ ਰਾਖਾ ਹਰ ਥਾਂ ਪ੍ਰਭੂ ਆਪ ਹੀ ਬਣਦਾ ਹੈ। ਦੁਨੀਆ ਦੇ ਬੰਦੇ ਉਸ ਦਾ ਕੁਝ ਵਿਗਾੜ ਨਹੀਂ ਸਕਦੇ, ਪਰ ਆਪਣੀ ਹਉਮੈ ਵਿੱਚ ਫਸਿਆ ਮਨੁੱਖ ਦੁਖੀ ਹੀ ਹੁੰਦਾ ਹੈ। ਪਰਮਾਤਮਾ ਦੇ ਸੇਵਕ ਨੂੰ ਜੋ ਚੰਗਾ ਲੱਗਦਾ ਹੈ, ਪਰਮਾਤਮਾ ਉਹੀ ਕਰਦਾ ਹੈ। ਪਰਮਾਤਮਾ ਦੇ ਦਰ ਤੇ ਉਸ ਦੀ ਗੱਲ ਦਾ ਕੋਈ ਮੋੜਾ ਨਹੀਂ ਕਰ ਸਕਦਾ। ਇਹ ਨਾਨਕ, ਜਿਹੜਾ ਮਨੁੱਖ ਪਰਮਾਤਮਾ ਦੇ ਪਿਆਰ ਰੰਗ ਵਿੱਚ ਰੰਗਿਆ ਰਹਿੰਦਾ ਹੈ, ਉਹ ਸਾਰੇ ਜਗਤ ਵਿੱਚ ਚਾਨਣ ਮੁਨਾਰਾ ਬਣ ਜਾਂਦਾ ਹੈ। ਸਹਿਜ ਆਨੰਦ ਸਦਾ ਗੁਰਮਤੀ, ਹਰ ਹਰ ਮਨ ਧਿਆਇਆ। ਸੱਜਣ ਹਰ ਪ੍ਰਭ ਪਾਇਆ, ਘਰ ਸੁਹਿਲਾ ਗਾਇਆ। ਪੰਨਾ 163। ਅਰਥ, ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਨੂੰ ਆਪਣੇ ਮਨ ਵਿੱਚ ਸਦਾ ਸਿਮਰਿਆ ਹੈ, ਉਹੀ ਗੁਰੂ ਦੀ ਮੱਤ ਤੇ ਤੁਰ ਕੇ ਸਦਾ ਆਤਮਿਕ ਅਡੋਲਤਾ ਮਾਣਦੇ ਹਨ, ਆਤਮਿਕ ਆਨੰਦ ਮਾਣਦੇ ਹਨ। ਜਿਨ੍ਹਾਂ ਨੂੰ ਹਰ ਪ੍ਰਭ ਸੱਜਣ ਮਿਲ ਪੈਂਦਾ ਹੈ, ਉਹ ਆਪਣੇ ਹਿਰਦੇ ਘਰ ਵਿੱਚ ਪਰਮਾਤਮਾ ਦੀ ਸਿਫਤ ਸਲਾਹ ਦਾ
ਗੀਤ ਗਾਉਂਦੇ ਰਹਿੰਦੇ ਹਨ। ਮੇਰੇ ਮਾਨ ਕੋ ਅਸਥਾਨ ਮੀਤ ਸਾਜਨ ਸਖਾ ਬੰਧਪ ਅੰਤਰਜਾਮੀ ਜਾਣ ਰਹਾਓ। ਪੰਨਾ 1017। ਅਰਥ, ਹੇ ਭਾਈ, ਸਭ ਦੇ ਦਿਲ ਦੀ ਜਾਣਨ ਵਾਲਾ ਸੁਜਾਨ ਪ੍ਰਮਾਤਮਾ ਹੀ ਸਦਾ ਮੇਰੇ ਮਨ ਦਾ ਸਹਾਰਾ ਹੈ। ਉਹੀ ਮੇਰਾ ਮਿੱਤਰ ਹੈ, ਉਹੀ ਮੇਰਾ ਸੱਜਣ ਹੈ, ਉਹੀ ਮੇਰਾ ਸਾਥੀ ਹੈ, ਉਹੀ ਮੇਰਾ ਰਿਸ਼ਤੇਦਾਰ ਹੈ। ਸੱਜਣ ਮੇਰਾ ਏਕ ਤੂੰ, ਕਰਤਾ ਪੁਰਖ ਸੁਜਾਨ, ਸਤਿਗੁਰ ਮੀਤ ਮਿਲਾਇਆ, ਮੈਂ ਸਦਾ ਸਦਾ ਤੇਰਾ ਤਾਣ। ਪੰਨਾ 759। ਅਰਥ, ਹੇ ਪ੍ਰਭੂ, ਸਿਰਫ ਤੂੰ ਹੀ ਮੇਰਾ ਅਸਲ ਸੱਜਣ ਹੈ। ਤੂੰ ਸਭ ਦਾ ਪੈਦਾ ਕਰਨ ਵਾਲਾ ਹੈ, ਸਭ ਵਿੱਚ ਵਿਆਪਕ ਹੈ, ਸਭ ਦੀ ਜਾਣਨ ਵਾਲਾ ਹੈ। ਮਿੱਤਰ ਗੁਰੂ ਨੇ ਮੈਨੂੰ ਤੇਰੇ ਨਾਲ ਮਿਲਾ ਦਿੱਤਾ ਹੈ। ਮੈਨੂੰ ਸਦਾ ਹੀ ਤੇਰਾ ਸਹਾਰਾ ਹੈ। ਜਾ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕੋ ਕਹੋ ਕਾਕੀ ਕਮੀਆਂ। ਜਾ ਕੀ ਪ੍ਰੀਤ ਗੋਬਿੰਦ ਸਿਉ ਲਾਗੀ, ਦੁਖ ਦਰਦ ਭ੍ਰਮ ਤਾਕਾ ਭਾਗੀ। ਪੰਨਾ 186। ਅਰਥ, ਹੇ ਭਾਈ, ਜਿਸ ਮਨੁੱਖ ਦਾ ਪਿਆਰ ਪਰਮਾਤਮਾ ਨਾਲ ਬਣ ਜਾਂਦਾ ਹੈ, ਉਸ ਦਾ ਹਰੇਕ ਦੁੱਖ, ਹਰੇਕ ਦਰਦ, ਹਰੇਕ ਭਰਮ ਵਹਿਮ ਦੂਰ ਹੋ ਜਾਂਦਾ ਹੈ। ਜਿਸ ਮਨੁੱਖ ਦਾ ਇਹ ਯਕੀਨ ਬਣ ਜਾਏ ਕਿ ਉਸ ਦਾ ਸੱਜਣ ਪ੍ਰਭੂ ਮਿੱਤਰ ਹਰ ਥਾਂ ਵਿਆਪਕ ਹੈ, ਹੇ ਭਾਈ ਦੱਸ, ਉਸ ਮਨੁੱਖ ਨੂੰ ਕਿਸ ਸ਼ੈ ਦੀ ਥੁੜ ਰਹਿ ਜਾਂਦੀ ਹੈ। ਤੁਝ ਬਿਨ ਕਬਨ ਹਮਾਰਾ, ਮੇਰੇ ਪ੍ਰੀਤਮ ਪ੍ਰਾਣ ਆਧਾਰਾ ਰਹਾ। ਅੰਤਰ ਕੀ ਬਿਦ ਤੁਮ ਹੀ ਜਾਨੀ, ਤੁਮ ਹੀ ਸੱਜਣ ਸੁਹੇਲੇ। ਸਰਬ ਸੁਖਾ ਮੈਂ ਤੁਝ ਤੇ ਪਾਏ, ਮੇਰੇ ਠਾਕੁਰ ਅਗਾਹ ਅਤੁਲੇ। ਤੂੰ ਮੇਰਾ ਸਖਾ, ਤੂੰ ਹੀ ਮੇਰਾ ਮੀਤ, ਤੂੰ ਮੇਰਾ ਪ੍ਰੀਤਮ, ਤੁਮ ਸੰਗ ਹੀਤ। ਤੂੰ ਮੇਰੀ ਪਤ, ਤੂੰ ਹੈ ਮੇਰਾ ਗਹਿਣਾ, ਤੁਝ ਬਿਨ ਨਿਮਖ ਨਾ ਜਾਈ ਰਹਿਣਾ। ਤੂੰ ਮੇਰੇ ਲਾਲਣ, ਤੂੰ ਮੇਰੇ ਪ੍ਰਾਣ, ਤੂੰ ਮੇਰੇ ਸਾਹਿਬ, ਤੂੰ ਮੇਰੇ ਖਾਨ ਰਹਾ। ਜਿਉ ਤੁਮ ਰਾਖੋ ਤਿਵ ਹੀ ਰਹਿਣਾ, ਜੋ ਤੁਮ ਕਹੋ ਸੋਈ ਮੁਹ ਕਰਨਾ। ਜਹ ਪੇਖੋਂ ਤਹ ਤੁਮ ਬਸਨਾ, ਨਿਰਭਉ ਨਾਮ ਜਪੋ ਤੇਰਾ ਰਸਨਾ। ਪੰਨਾ 181। ਕੀ ਆਪਣੇ ਲੋਭ ਦੀ ਪੂਰਤੀ ਲਈ ਵੀ ਪ੍ਰਭੂ ਨੂੰ ਮਿੱਤਰ ਬਣਾਇਆ ਜਾ ਸਕਦਾ ਹੈ? ਆਪਣੇ ਲੋਭ ਕੋ ਕੀਨੋ ਮੀਤ, ਸਗਲ ਮਨੋਰਥ ਮੁਕਤ ਪਦ ਦੀਤ। ਐਸਾ ਮੀਤ ਕਰੋ ਸਭ ਕੋਏ, ਜਾਤੇ ਬਿਰਥਾ ਕੋਏ ਨ ਹੋਏ ਰਹਾ। ਆਪਣੇ ਸੁਆਏ ਹਿਰਦੇ ਲੈ ਧਾਰਿਆ, ਦੁਖ ਦਰਦ ਰੋਗ ਸਗਲ ਬਿਦਾਰਿਆ। ਰਸਨਾ ਗੀਧੀ ਬੋਲਤ ਰਾਮ, ਪੂਰਨ ਹੋਏ ਸਗਲੇ ਕਾਮ। ਅਨਕ ਬਾਰ ਨਾਨਕ ਬਲਿਹਾਰਾ, ਸਫਲ ਦਰਸ਼ਨ ਗੋਬਿੰਦ ਹਮਾਰਾ। ਪੰਨਾ 195। ਅਰਥ, ਹੇ ਮਨੁੱਖ, ਇਹੋ ਜਿਹੇ ਪ੍ਰਭੂ ਮਿੱਤਰ ਨੂੰ ਬਣਾਓ ਜਿਸ ਦੇ ਦਰ ਤੋਂ ਕੋਈ ਖਾਲੀ ਨਹੀਂ ਰਹਿੰਦਾ ਰਹਾ। ਹੇ ਭਾਈ, ਵੇਖੋ ਗੋਬਿੰਦ ਦੀ ਉਦਾਰਤਾ। ਭਾਵੇਂ ਕੋਈ ਮਨੁੱਖ ਆਪਣੇ ਕਿਸੇ ਲਾਲਚ ਦੀ ਖਾਤਰ ਹੀ ਉਸ ਨੂੰ ਮਿੱਤਰ ਬਣਾ ਲਏ, ਫਿਰ ਵੀ ਉਸ ਦੇ ਸਾਰੇ ਮਨੋਰਥ ਪੂਰੇ ਕਰ ਦਿੰਦਾ ਹੈ ਤੇ ਉਸ ਨੂੰ ਉਹ ਆਤਮ ਅਵਸਥਾ ਵੀ ਦੇ ਦਿੰਦਾ ਹੈ ਜਿੱਥੇ ਕੋਈ ਵਾਸਨਾ ਹੋ ਨਹੀਂ ਸਕਦੀ। ਧਿਆਨ ਰਹੇ ਕਿ ਕੇਵਲ ਕਿਸੇ ਲਾਲਚ ਦੀ ਖਾਤਰ ਪ੍ਰਭੂ ਨਾਮ ਦਾ ਜਾਪ ਕਰਨ ਦੀ ਜਾਂ ਕੋਈ ਕੰਮ ਪੈਣ ਤੇ ਉਸ ਨੂੰ ਯਾਦ ਕਰਨ ਦੀ ਗੱਲ ਨਹੀਂ ਹੈ, ਸਗੋਂ ਉਸ ਸਿਰਜਣਹਾਰ ਨੂੰ ਆਪਣਾ ਮਿੱਤਰ ਬਣਾ ਲੈਣ ਦੀ ਗੱਲ ਹੈ। ਮਨੁੱਖ ਤਾਂ ਭਾਵੇਂ ਮਿੱਤਰਤਾਈ ਦੀ ਲਾਜ ਨਾ ਰੱਖੇ, ਪਰ ਪਰਮਾਤਮਾ ਮਿੱਤਰਤਾਈ ਦੀ ਲਾਜ ਕਿਵੇਂ ਨਾ ਰੱਖੇ। ਇਹ ਵੀ ਨਾ ਭੁੱਲੀਏ ਕਿ ਮਿੱਤਰਤਾਈ ਸਦਾ ਹਮ ਖਿਆਲ ਅਤੇ ਹਮ ਵਿਚਾਰ ਨਾਲ ਹੀ ਬਣਦੀ ਹੈ। ਆਚਰਣ ਅਤੇ ਸੁਭਾਅ ਵਿੱਚ ਇੱਕ ਸੁਰਤਾ ਹੀ ਮਿੱਤਰਤਾਈ ਦਾ ਰੂਪ ਧਾਰਦੀ ਹੈ। ਪਰਮੇਸ਼ਰ ਵਾਲੇ ਗੁਣਾਂ ਦਾ ਧਾਰਨੀ ਬਣਾਂਗੇ ਤਦ ਹੀ ਉਸ ਨਾਲ ਮਿੱਤਰਤਾਈ ਬਣ ਸਕਦੀ ਹੈ। ਸਿਰਜਣਹਾਰ ਵਾਹਿਗੁਰੂ ਜੀ ਨੂੰ ਮਿੱਤਰ ਬਣਾਉਣ ਲਈ ਉਸੇ ਵਰਗੇ ਨਿਆਰੇ ਗੁਣਾਂ ਦੀ ਲੋੜ ਹੋਇਆ ਕਰਦੀ ਹੈ। ਭਾਵ ਗੁਣ ਕੇ ਗੁਣੀ ਸਮਾਉਣ ਦੀ ਸ਼ਰਤ ਪਹਿਲਾਂ ਹੈ, ਫਿਰ ਕਿਸੇ ਸਵਾਰਥ ਜਾਂ ਲਾਲਚ ਦੀ ਗੱਲ ਹੈ। ਇਹ ਵੀ ਨਾ ਭੁੱਲੀਏ ਕਿ ਉਸੇ ਪੰਕਤੀ ਵਿੱਚ ਰੱਬ ਜੀ ਆਪਣੇ ਮਿੱਤਰ ਨੂੰ ਵਿਕਾਰਾਂ ਤੋਂ ਮੁਕਤੀ ਪ੍ਰਦਾਨ ਕਰ ਰਹੇ ਹਨ, ਭਾਵ ਆਪਣੇ ਮਿੱਤਰ ਨੂੰ ਵਾਸਨਾ ਰਹਿਤ ਕਰ ਰਹੇ ਹਨ। ਹਰੀਦਾ ਜਾਂ ਲੱਭ ਤਾਂ ਨਹੀਂ ਕਿਹਾ ਵਾਲੇ ਗੁਰਮਤਿ ਸਿਧਾਂਤ ਦੀ ਖੰਡਨਾ ਕਿਵੇਂ ਹੋ ਸਕਦੀ ਸੀ? ਜਿਸ ਮਨੁੱਖ ਨੇ ਉਸ ਗੋਬਿੰਦ ਨੂੰ ਆਪਣੀ ਗਰਜ ਵਾਸਤੇ ਵੀ ਆਪਣੇ ਹਿਰਦੇ ਵਿੱਚ ਲਿਆ ਟਿਕਾਇਆ ਹੈ, ਉਸ ਦੇ ਹਿਰਦੇ ਵਿੱਚ ਪ੍ਰਭੂ ਪ੍ਰਤੱਖ ਹੋ ਗਿਆ। ਪ੍ਰਭੂ ਨੇ ਪ੍ਰਗਟ ਰੂਪ ਧਾਰ ਲਿਆ ਹੈ। ਯਾਰ ਬਣ ਚੁੱਕੇ ਗੋਬਿੰਦ ਨੇ ਉਸ ਦੇ ਸਾਰੇ ਆਤਮਿਕ ਦੁੱਖ ਦਰਦ, ਸਾਰੇ ਰੋਗ ਦੂਰ ਕਰ ਦਿੱਤੇ ਹਨ। ਹੇ ਭਾਈ, ਜਿਸ ਮਨੁੱਖ ਦੀ ਜ਼ੁਬਾਨ ਗੋਬਿੰਦ ਦਾ ਨਾਮ ਉਚਾਰਨ ਦੀ ਤਾਂਘ ਕਰਦੀ ਹੈ, ਉਸ ਦੇ ਸਾਰੇ ਮਨੋਰਥ
ਪੂਰੇ ਹੋ ਜਾਂਦੇ ਹਨ। ਇਹ ਨਾ ਭੁੱਲੀਏ ਕਿ ਕਿਸੇ ਦਾ ਨਾਂ ਲੈਂਦੇ ਰਹਿਣ ਦੀ ਤਾਂਘ ਕੇਵਲ ਅੰਦਰ ਵਸੇ ਸੱਚੇ ਪਿਆਰ, ਇਸ਼ਕ, ਮੁਹੱਬਤ ਤੋਂ ਹੀ ਉਪਜਦੀ ਹੈ। ਅਤੇ ਹੁਣ ਪੜ੍ਹੋ ਚੌਥੀ ਪਾਵਨ ਪੰਕਤੀ ਦੇ ਅਰਥ। ਇਹ ਨਾਨਕ ਆਖ, ਅਸੀਂ ਗੋਬਿੰਦ ਤੋਂ ਅਨੇਕਾਂ ਵਾਰੀ ਕੁਰਬਾਨ ਜਾਂਦੇ ਹਾਂ। ਸਾਡਾ ਗੋਬਿੰਦ ਐਸਾ ਹੈ ਕਿ ਉਸ ਦਾ ਦਰਸ਼ਨ ਸਾਰੇ ਫਲ ਬਖਸ਼ਿਸ਼ ਕਰ ਦਿੰਦਾ ਹੈ। ਪ੍ਰਭੂ ਦੇ ਅਥਵਾ ਸਤਿਗੁਰਾਂ ਦੇ ਦਰਸ਼ਨਾਂ ਦੀ ਗੱਲ ਅਗਲੇ ਲੇਖ ਨੂੰ ਪੜ੍ਹ ਕੇ ਸਪਸ਼ਟ ਹੋ ਜਾਵੇਗੀ। ਸੱਜਣ ਤੂੰ ਹੈ, ਸੈਣ ਤੂੰ ਹੈ, ਮੈਂ ਤੁਝ ਉੱਪਰ ਬਹੁਮਾਣੀਆਂ, ਜਾਂ ਤੂੰ ਅੰਦਰ ਤਾਂ ਸੁਖੇ, ਤੂੰ ਨਿਮਾਣੀ ਮਾਣੀਆਂ। ਜੇ ਤੂੰ ਤੁਠਾ ਕਿਰਪਾ ਨਿਦਾਨ, ਨਾ ਦੂਜਾ ਵੇਖਾਲ, ਇਹਾ ਪਾਈ ਮੂੰਹ ਦਾਤੜੀ, ਨਿਤ ਹਿਰਦੇ ਰੱਖਾਂ ਸੰਭਾਲ। ਪੰਨਾ 761। ਭਾਗ 7ਵਾਂ। ਅੰਤਰ ਪ੍ਰੇਮ ਪ੍ਰਾਪਤ ਦਰਸ਼ਨ। ਸਤਿਗੁਰੂ ਪਰਮੇਸ਼ਰ ਜੀ ਦੇ ਦਰਸ਼ਨ। ਇਸ ਲੇਖ ਵਿੱਚ ਅਸਾਂ ਇਹ ਨਿਰਣਾ ਕਰਨਾ ਹੈ ਕਿ ਸਿੱਖ ਜਗਤ ਨੇ ਨੇਤਰਾਂ ਦੁਆਰਾ ਸਤਿਗੁਰੂ ਜੀ ਦੇ ਦੀਦਾਰ ਅਥਵਾ ਪਰਮਾਤਮਾ ਦੇ ਦਰਸ਼ਨਾਂ ਦੇ ਅਰਥ ਗੁਰਮਤਿ ਦੇ ਅਨੁਕੂਲ ਕਬੂਲੇ ਹੋਏ ਹਨ ਕਿ ਜਾਂ ਇੱਥੇ ਵੀ ਅਸਾਂ ਪ੍ਰੋਤਾਵਾਦੀ ਪ੍ਰਭਾਵ ਹੀ ਕਬੂਲਿਆ ਹੋਇਆ ਹੈ। ਆਓ ਪਹਿਲਾਂ ਦਰਸ਼ਨ ਪਦ ਦੇ ਅਰਥ ਸਮਝ ਲਈਏ। ਮਹਾਨ ਕੋਸ਼ ਦੇ ਸਫਾ 622 ਉੱਤੇ ਦਰਸ਼ਨ ਲਫ਼ਜ਼ ਦੇ ਅਰਥ ਇਸ ਪ੍ਰਕਾਰ ਹਨ। ਨੰਬਰ 1 ਦਰਸ਼ਨ ਸੰਗਿਆ, ਦੈ ਖੜਦ ਦਦ ਸਨ ਨੇਤਰ। ਨੰਬਰ 2 ਦੀਦਾਰ, ਦਰਸ਼ਨ ਕੋ ਲੋਚੈ ਸਭ ਕੋਈ। ਸੂਹੀ ਮਹੱਲਾ ਪੰਜਵਾਂ। ਕਾਵਿ ਗ੍ਰੰਥਾਂ ਵਿੱਚ ਦਰਸ਼ਨ 4 ਪ੍ਰਕਾਰ ਦਾ ਲਿਖਿਆ ਹੈ। ਭਾਗ ਊੜਾ ਸ਼ਰਵਣ ਦਰਸ਼ਨ, ਪ੍ਰੀਤਮ ਦਾ ਗੁਣ ਰੂਪ ਸੁਣ ਕੇ ਉਸ ਦਾ ਦਰਸ਼ਨ ਹਿਰਦੇ ਵਿੱਚ ਸਾਖਸ਼ਾਤ ਕਰਨਾ। ਸੁਣਿਆ ਲਾਗੇ ਸਹਿਜ ਧਿਆਨ, ਸੁਣ ਸੁਣ ਜੀਵਾਂ ਸੋਏ ਤੁਮਾਰੀ, ਤੂੰ ਪ੍ਰੀਤਮ ਠਾਕੁਰ ਅਤ ਭਾਰੀ। ਮਾਝ ਮਹੱਲਾ ਪੰਜਵਾਂ। ਭਾਗ ਐੜਾ ਚਿੱਤਰ ਦਰਸ਼ਨ, ਪ੍ਰੀਤਮ ਦੀ ਮੂਰਤ ਦਾ ਦੀਦਾਰ, ਗੁਰ ਕੀ ਮੂਰਤ ਮਨ ਮੈਂ ਧਿਆਨ। ਗੌਣ ਮਹੱਲਾ ਪੰਜਵਾਂ। ਇਹ ਪੰਕਤੀ ਇੱਥੇ ਠੀਕ ਢੁਕਦੀ ਨਹੀਂ ਹੈ। ਭਾਗ ਈੜੀ ਸੁਅਪਨ ਦਰਸ਼ਨ, ਪਿਆਰੇ ਨੂੰ ਸੁਪਨੇ ਵਿੱਚ ਦੇਖਣਾ। ਸੁਣ ਸਖੀਏ ਮੇਰੀ ਨੀਂਦ ਭਲੀ, ਮੈਂ ਆਪਣਾ ਪਿਰ ਮਿਲਿਆ। ਗੌੜੀ ਸ਼ੰਤ ਮਹੱਲਾ ਪੰਜਵਾਂ। ਭਾਗ ਸੱਸਾ ਪ੍ਰਤੱਖ ਦਰਸ਼ਨ, ਪ੍ਰੇਮੀ ਦਾ ਸਾਖਸ਼ਾਤ ਦੀਦਾਰ ਕਰਨਾ। ਅਦਿਸ਼ਟ ਅਗੋਚਰ ਲਖ ਨਿਰੰਜਨ, ਸੋ ਦੇਖਿਆ ਗੁਰਮੁਖ ਆਖੀ। ਮਹੱਲਾ ਚੌਥਾ। ਨੰਬਰ 3 ਸ਼ੀਸ਼ਾ ਦਰਪਣ, ਧਰਮ ਸਿਖਾਉਣ ਵਾਲਾ ਗ੍ਰੰਥ। ਖਟ ਦਰਸ਼ਨ ਵਰਤੈ ਵਰਤਾਰਾ, ਗੁਰ ਕਾ ਦਰਸ਼ਨ ਅਗੰਮ ਅਪਾਰਾ। ਆਸਾ ਮਹੱਲਾ ਤੀਜਾ। ਦਰਸ਼ਨ ਛੋੜ ਭਏ ਸਮਦਰਸ਼ੀ, ਮਾਰੂ ਕਬੀਰ। ਖਟ ਦਰਸ਼ਨਾਂ ਦਾ ਪੱਖ ਤਿਆਗ ਕੇ ਸਭ ਦਰਸ਼ਨਾਂ ਵਿੱਚ ਸਮਾਨਤਾ ਰੱਖਣ ਵਾਲੇ ਹੋ ਗਏ। ਭਾਗ ਪੰਜਵਾਂ। ਸ਼ੀ ਸੰਗਿਆ ਬੋਧਕ, ਕਿਉਂਕਿ ਦਰਸ਼ਨ ਸ਼ੀ ਹਨ। ਭਾਗ ਛੇਵਾਂ। ਧਰਮ ਮਜ਼ਹਬ, ਇੱਕ ਨਾ ਦਰਸ਼ਨ ਕੀ ਪ੍ਰਤੀਤ ਨੇ ਆਈਆ। ਵਾਰਵੜ ਹੰਸ ਮਹੱਲਾ ਤੀਜਾ। ਗੁਰੂ ਦਰਸ਼ਨਾਂ ਬਾਰੇ ਪੈਰੇ ਭੁਲੇਖੇ ਸੰਬੰਧੀ ਵਿਚਾਰਾਂ। ਪੰਥ ਪ੍ਰਵਾਨਤ ਅਰਦਾਸ ਵਿਚਲੀ ਵਾਰ ਸ੍ਰੀ ਭਗਉਤੀ ਜੀ ਕੀ ਦੀ ਪੰਕਤੀ ਸ੍ਰੀ ਹਰਿਕ੍ਰਿਸ਼ਨ ਤੇ ਆਈਐ, ਜਿਸ ਡਿਠੇ ਸਭ ਦੁਖ ਜਾਏ। ਇਸ ਦੇ ਅਰਥ ਗੁਰਬਾਣੀ ਦੇ ਪ੍ਰਸਿੱਧ ਟੀਕਾਕਾਰ ਪੰਡਿਤ ਨਰੈਣ ਸਿੰਘ ਵਿਦਿਆ ਮਾਰਤੰਡ ਮੁਜੰਗਾ ਵਾਲੇ ਨੇ 10ਵੇਂ ਗ੍ਰੰਥ ਸਟੀਕ ਦੇ 8ਵੇਂ ਭਾਗ ਵਿੱਚ ਇਸ ਪ੍ਰਕਾਰ ਲਿਖੇ ਹਨ। ਮੈਂ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੂੰ ਧਿਆਉਂਦਾ ਹਾਂ, ਜਿਨ੍ਹਾਂ ਦੇ ਦਰਸ਼ਨ ਵੇਖਣ ਨਾਲ ਹੀ ਸਾਰੇ ਦੁੱਖ ਮਿਟ ਜਾਂਦੇ ਹਨ। ਪਰ ਜਿਸ ਸਤਿਗੁਰੂ ਜੀ ਨੂੰ ਸੰਬੋਧਨ ਕਰਕੇ ਅਸੀਂ ਇਹ ਬਚਨ ਕਹਿ ਰਹੇ ਹੁੰਦੇ ਹਾਂ, ਉਹਨਾਂ ਦਾ ਸਿਧਾਂਤ ਇਸ ਦੇ ਵਿਰੁੱਧ ਹੈ। ਨੇਤਰਾਂ ਨਾਲ ਸਤਿਗੁਰੂ ਨੂੰ ਵੇਖਣ ਮਾਤਰ ਤੋਂ ਕਿਸੇ ਪ੍ਰਕਾਰ ਦਾ ਲਾਭ ਹੋਣ ਦੀ ਗੱਲ ਗੁਰਬਾਣੀ ਪ੍ਰਵਾਨ ਨਹੀਂ ਕਰਦੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫਤਵਾ ਇਸ ਪ੍ਰਕਾਰ ਹੈ। ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਡਿਠੇ ਮੁਕਤ ਨਾ ਹੋਵਈ, ਜਿਚਰ ਸ਼ਬਦ ਨਾ ਕਰੇ ਵਿਚਾਰ। ਭਾਵ ਕੇਵਲ ਨੇਤਰਾਂ ਦੁਆਰਾ ਕੀਤਾ ਸਤਿਗੁਰਾਂ ਦਾ ਦਰਸ਼ਨ ਜਗਤ ਦੇ ਮਨੁੱਖ ਮਾਤਰ ਦਾ ਕੁਝ ਨਹੀਂ ਸੁਵਾਰਦਾ। ਸਿੱਖ ਜਗਤ ਵਿੱਚ ਪ੍ਰਸਿੱਧੀ ਪ੍ਰਾਪਤ ਕਰ ਚੁੱਕੀ ਸਾਖੀ ਨੂੰ ਵੀ ਅਸੀਂ ਅੱਖੋਂ ਓਹਲੇ ਨਹੀਂ ਕਰ ਸਕਦੇ ਕਿ ਦਿੱਲੀ ਨੂੰ ਜਾਂਦਿਆਂ ਰਸਤੇ ਵਿੱਚ ਜ਼ਿਲ੍ਹਾ ਅੰਬਾਲਾ ਹਰਿਆਣਾ ਦੇ ਪੰਜੋਖਰਾ ਨਗਰ ਵਿੱਚ ਸਤਿਗੁਰੂ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਬ੍ਰਾਹਮਣਾਂ ਨੇ ਕਥਿਤ ਤੌਰ ਤੇ ਸ੍ਰੀ ਕ੍ਰਿਸ਼ਨ ਜੀ ਦੀ ਉਚਾਰਨ ਕੀਤੀ ਗੀਤਾ ਦੇ ਅਰਥ ਸੁਣਾਉਣ ਲਈ ਕਿਹਾ, ਤਾਂ ਸਤਿਗੁਰਾਂ ਨੇ ਫਰਮਾਇਆ ਕਿ ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਹੋ ਜਾਵੇ ਤਾਂ ਗੀਤਾ ਦੇ ਅਰਥ ਕੋਈ ਵੀ ਸੁਣਾ ਸਕਦਾ ਹੈ।
ਸਾਖੀ ਅਨੁਸਾਰ ਉਹਨਾਂ ਬ੍ਰਾਹਮਣਾਂ ਨੇ ਵੱਡੀ ਕੁਟਲਤਾ ਤੋਂ ਕੰਮ ਲੈਂਦਿਆਂ ਜਮਾਂਦਰੂ ਗੁੰਗਾ ਅਤੇ ਬੋਲਾ ਛੱਜੂ ਨਾਮੀ ਚੀਵਰ ਸਤਿਗੁਰਾਂ ਦੀ ਹਜ਼ੂਰੀ ਵਿੱਚ ਲਿਆ ਖੜਾ ਕੀਤਾ ਸੀ। ਸਤਿਗੁਰਾਂ ਦੀ ਕਿਰਪਾ ਦ੍ਰਿਸ਼ਟੀ ਹੋ ਜਾਣ ਤੇ ਉਹ ਗੁੰਗਾ ਅਤੇ ਬੋਲਾ ਬਹਿਰਾ ਗੀਤਾ ਦੇ ਅਰਥ ਸੁਣਾਉਣ ਲੱਗ ਪਿਆ। ਅਤੇ ਫਿਰ ਇਤਿਹਾਸ ਵਿੱਚ ਇਹ ਲਿਖਿਆ ਵੀ ਮਿਲਦਾ ਹੈ ਕਿ ਦਿੱਲੀ ਵਿੱਚ ਸੀਤਲਾ ਦੇ ਰੋਗ ਨੇ ਭਿਆਨਕ ਤਬਾਹੀ ਮਚਾਈ ਤਾਂ ਅਸ਼ਟਮ ਸਤਿਗੁਰੂ ਨਾਨਕ ਸਾਹਿਬ ਸ੍ਰੀ ਹਰਿਕ੍ਰਿਸ਼ਨ ਜੀ ਦੇ ਚਰਨ ਛੋਹ ਵਾਲਾ ਜਲ ਅਥਵਾ ਚਰਣਾਮ੍ਰਿਤ ਰੋਗੀਆਂ ਦੇ ਰੋਗ ਦਾ ਅਮੋਘ ਦਾਰੂ ਬਣ ਗਿਆ ਸੀ। ਉਸੇ ਸਾਖੀ ਦੇ ਆਧਾਰ ਤੇ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਵਿਖੇ ਬਣੇ ਚੁਬੱਚੇ ਵਿੱਚੋਂ ਅੱਜ ਵੀ ਰੋਗੀਆਂ ਨੂੰ ਜਲ ਪਿਲਾਉਣ ਦੀ ਸ਼ਰਧਾ ਬਣੀ ਹੋਈ ਹੈ। ਭਾਵੇਂ ਅਜਿਹੀਆਂ ਕਥਾ ਕਹਾਣੀਆਂ ਲਈ ਗੁਰੂ ਬਾਣੀ ਵਿੱਚ ਕੋਈ ਥਾਂ ਨਹੀਂ ਹੈ, ਫਿਰ ਵੀ ਇਹਨਾਂ ਉਪਰੋਕਤ ਗਥਾਵਾਂ ਤੋਂ ਅਰਦਾਸ ਵਿੱਚ ਪੜ੍ਹੀ ਜਾਂਦੀ ਪੰਕਤੀ ਸੱਚ ਸਿੱਧ ਹੋ ਰਹੀ ਹੁੰਦੀ ਹੈ। ਭਰਮ ਬਣਨਾ ਕੁਦਰਤੀ ਹੈ ਕਿ ਫਿਰ ਧੁਰਕੀ ਬਾਣੀ ਦਾ ਸਪਸ਼ਟ ਫਤਵਾ ਕੀ ਝੂਠ ਅਤੇ ਵਿਅਰਥ ਬਣ ਕੇ ਰਹਿ ਗਿਆ। ਪਰ ਜ਼ਰਾ ਖੁੱਲ੍ਹੇ ਮਨ ਵਾਲੀ ਨਿਰਪੱਖਤਾ ਨਾਲ ਵਿਚਾਰੀਏ ਤਾਂ ਪੰਜੋਖਰੇ ਵਰਤੀ ਕਥਿਤ ਸਾਖੀ ਵਿਚਲੇ ਬ੍ਰਾਹਮਣਾਂ ਨੇ ਸਤਿਗੁਰਾਂ ਦੇ ਨਿਰੇ ਦਰਸ਼ਨ ਹੀ ਨਹੀਂ ਸਨ ਕੀਤੇ, ਸਗੋਂ ਉਹਨਾਂ ਨੇ ਤਾਂ ਸਤਿਗੁਰਾਂ ਨਾਲ ਬਚਨ ਬਿਲਾਸ ਵੀ ਕੀਤੇ ਸਨ। ਫਿਰ ਕੀ ਕਾਰਨ ਸੀ ਕਿ ਮਾਨਸਿਕ ਕੁਟਲਤਾ ਰੂਪੀ ਦੁੱਖ ਦੂਰ ਹੋਣ ਦੇ ਥਾਂ ਉਹਨਾਂ ਮਨਮੁੱਖਾਂ ਦੇ ਮਾਨਸਿਕ ਰੋਗ ਵਿੱਚ ਸਗੋਂ ਇੰਨਾ ਵਾਧਾ ਹੋਇਆ ਕਿ ਸਤਿਗੁਰਾਂ ਦਾ ਮੌਜੂ ਅਡਾਉਣ ਦੀ ਨੀਅਤ ਨਾਲ ਉਹ ਇੱਕ ਜਮਾਂਦਰੂ ਗੁੰਗੇ ਅਤੇ ਬੋਲੇ ਮਨੁੱਖ ਨੂੰ ਬਣਾ ਸੁਵਾਰ ਕੇ ਵੱਡੇ ਵਿਦਵਾਨ ਦੇ ਵੇਸ ਵਿੱਚ ਗੀਤਾ ਦੇ ਅਰਥ ਕਰਵਾਉਣ ਲਈ ਸਤਿਗੁਰਾਂ ਦੀ ਹਜ਼ੂਰੀ ਵਿੱਚ ਲੈ ਆਏ ਸਨ। ਇੱਥੇ ਹੀ ਬਸ ਨਹੀਂ, ਗੁਰੂ ਘਰ ਦੇ ਦੁਖੀ ਕਈ ਹੋਰਨਾਂ ਨੇ ਵੀ ਸਤਿਗੁਰਾਂ ਦੇ ਦਰਸ਼ਨ ਕੀਤੇ ਸਨ, ਪਰ ਉਹਨਾਂ ਦੇ ਸਭ ਦੁੱਖ ਦੂਰ ਨਹੀਂ ਸਨ ਹੋਏ, ਸਗੋਂ ਮਾਨਸਿਕ ਰੋਗਾਂ ਵਿੱਚ ਨਿਰੰਤਰ ਵਾਧਾ ਹੀ ਹੁੰਦਾ ਰਿਹਾ। ਉਦਾਹਰਣ ਵਜੋਂ ਜਿਨ੍ਹਾਂ ਜਲਾਦਾਂ ਨੇ ਕਈ ਦਿਨ ਪੰਚਮ ਪਾਤਸ਼ਾਹ ਜੀ ਨੂੰ ਅੱਗ ਅਤੇ ਪਾਣੀ ਦੇ ਤਸੀਹੇ ਦੇ ਕੇ ਸ਼ਹੀਦ ਕੀਤਾ ਸੀ, ਸਤਿਗੁਰਾਂ ਦੇ ਦਰਸ਼ਨਾਂ ਦੇ ਨਾਲ ਕਈ ਪ੍ਰਕਾਰ ਦੇ ਬਚਨ ਬਿਲਾਸ ਵੀ ਕਰਦੇ ਰਹੇ ਸਨ। ਪੈਂਦੇ ਖਾਂ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਾਲਿਆ ਆਪ ਸੀ, ਪਰ ਉਹ ਸਤਿਗੁਰਾਂ ਦਾ ਵੈਰੀ ਬਣ ਕੇ ਚੜ੍ਹ ਆਇਆ ਸੀ। ਸ੍ਰੀ ਚੰਦ, ਪ੍ਰਿਥੀ ਚੰਦ, ਧੀਰਮਲ ਆਦਿ ਨੂੰ ਤਾਂ ਸਤਿਗੁਰਾਂ ਦੀ ਬਿੰਦੀ ਔਲਾਦ ਹੋਣ ਦਾ ਮਾਣ ਪ੍ਰਾਪਤ ਸੀ। ਫਿਰ ਉਹ ਦੋ ਮੁਸਲਮਾਨ ਜਿਨ੍ਹਾਂ ਨੇ ਵਿਸ਼ਵਾਸਘਾਤ ਕਰਕੇ ਦਸਮ ਸਤਿਗੁਰੂ ਨਾਨਕ ਜੀ ਦੇ ਪਾਵਨ ਸਰੀਰ ਤੇ ਜਾਨਲੇਵਾ ਵਾਰ ਕਰ ਦਿੱਤਾ ਸੀ, ਕਈ ਮਹੀਨੇ ਦਸ਼ਮੇਸ਼ ਜੀ ਦੀ ਹਜ਼ੂਰੀ ਵਿੱਚ ਰਹਿੰਦਿਆਂ ਉਹ ਦੋਵੇਂ ਪਠਾਨ ਗੱਭਰੂ ਗੁਰੂ ਦਰਬਾਰ ਵਿੱਚ ਕੇਵਲ ਸੇਵਾ ਹੀ ਨਹੀਂ ਸਨ ਕਰਦੇ, ਸਗੋਂ ਸਤਿਗੁਰਾਂ ਤੋਂ ਗੁਰਮਤਿ ਬਾਰੇ ਉਪਦੇਸ਼ ਵੀ ਸੁਣਦੇ ਰਹੇ ਸਨ। ਫਿਰ ਕੀ ਸਾਡੀ ਅਰਦਾਸ ਦਾ ਸ੍ਰੀ ਗਣੇਸ਼ ਹੀ ਗੁਰਮਤਿ ਵਿਰੋਧੀ ਹੈ? ਇਸ ਸ਼ੰਕੇ ਦੀ ਨਿਵਰਤੀ ਲਈ ਦਾਸ ਨੇ ਕਈ ਵਿਦਵਾਨਾਂ ਦੇ ਨਾਲ ਵਿਚਾਰਾਂ ਕੀਤੀਆਂ ਤਾਂ ਇੱਕ ਸੁਹਿਰਦ ਗੁਰਸਿੱਖ ਨੇ ਦਾਸ ਦਾ ਧਿਆਨ ਗੁਰੂ ਬਾਣੀ ਦੀ ਉਸ ਪੰਕਤੀ ਵੱਲ ਦਿਵਾਇਆ ਜਿਹੜੀ ਕਿ ਸਤਿਗੁਰਾਂ ਦਾ ਮੁੱਖ ਵਾਕ ਲੈਣ ਸਮੇਂ ਪੜ੍ਹਨ ਦੀ ਲਗਭਗ ਗੁਰਮਰਜ਼ਾਦਾ ਬਣ ਚੁੱਕੀ ਹੈ। ਉਹ ਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟੀਐ, ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ। ਇਸ ਤੋਂ ਇੱਕ ਦੁਬਦਾ ਹੋਰ ਬਣ ਖਲੋਤੀ ਕਿ ਡਿੱਠੇ ਮੁਕਤ ਨਾ ਹੋਵਈ, ਜਿਚਰ ਸ਼ਬਦ ਨਾ ਕਰੇ ਵਿਚਾਰ। ਪੰਕਤੀ ਵਿਅਰਥ ਹੀ ਹੈ ਕਿ ਗੁਰਬਾਣੀ ਵਿੱਚ ਵੀ ਪੁਰਾਣਾ ਵਾਂਗ ਸਵੈ ਵਿਰੋਧੀ ਵਿਚਾਰ ਮਿਲ ਸਕਦੇ ਹਨ। ਗੁਰੂ ਬਾਣੀ ਦੀ ਬੜੀ ਲੰਮੀ ਅਤੇ ਡੂੰਘੀ ਵਿਚਾਰ ਤੋਂ ਦਾਸ ਦਾ ਜੋ ਇਹ ਅਟਲ ਵਿਸ਼ਵਾਸ ਬਣ ਚੁੱਕਾ ਹੋਇਆ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਿਆਰੇ ਗਿਆਨ ਦਾ ਹਰ ਇੱਕ ਸਿਧਾਂਤ ਸਦੀਵੀ ਸੱਚਾਈ ਵਾਲਾ ਹੋਣ ਦੇ ਕਾਰਨ ਆਪਣੇ ਆਪ ਵਿੱਚ ਪੱਕਾ ਅਤੇ ਇਕਸਾਰ ਅਟਲ ਹੈ, ਕਦੇ ਨਿਰਮੂਲ ਨਹੀਂ ਬਣ ਸਕਦਾ। ਗੁਰੂ ਬਾਣੀ ਨੂੰ ਇਕਾਗਰਤਾ ਅਤੇ ਗਹੁ ਨਾਲ ਵਿਚਾਰਿਆਂ ਸਪਸ਼ਟ ਪ੍ਰਗਟ ਹੋ ਜਾਂਦਾ ਹੈ ਕਿ ਇੱਥੇ ਅਰਥ ਸਮਝਣ ਵਿੱਚ ਅਸੀਂ ਮੁੜ ਉਹੀ ਭੁੱਲ ਕਰ ਰਹੇ ਹਾਂ ਜਿਸ ਬਾਰੇ ਦਾਸ ਨੇ ਪੁਸਤਕ ਮਾਸ ਕਰ ਮੂਰਖ ਝਗੜੇ ਵਿੱਚ ਉਚੇਚੇ ਤੌਰ ਤੇ ਬੜੇ ਵਿਸਥਾਰ ਨਾਲ ਗੁਰਮਤਿ ਵਿਚਾਰਾਂ ਪਾਠਕਾਂ ਨਾਲ ਸਾਂਝੀਆਂ ਕੀਤੀਆਂ ਹਨ। ਪੂਰੇ ਗੁਰੂ ਸ਼ਬਦ ਦੀ ਵਿਚਾਰ ਤੋਂ ਸਤਿਗੁਰਾਂ ਦਾ ਅਸਲ ਭਾਵ ਸਮਝਣ ਦਾ ਯਤਨ ਕਰਨ ਦੇ ਥਾਂ ਕੇਵਲ ਇੱਕ ਪੰਕਤੀ ਦੇ ਮਨਮਤੀ ਅਰਥ ਨੂੰ ਗੁਰਮਤਿ ਦਾ ਸਿਧਾਂਤ ਮੰਨ ਬੈਠੇ ਹਾਂ, ਜੋ ਗੁਰੂ ਬਾਣੀ ਦੀ ਘੋਰ ਅਵੱਗਿਆ ਹੈ। ਆਓ ਦੋਹਾਂ ਪੰਕਤੀਆਂ ਦੀ ਵਿਚਾਰ ਪੂਰੇ ਸੰਬੰਧਿਤ ਗੁਰੂ ਫਰਮਾਨਾਂ ਨਾਲ ਮਿਲਾ ਕੇ ਕਰੀਏ ਅਤੇ ਬਣ ਰਹੇ ਨਿਰਮੂਲ ਭਰਮ ਤੋਂ ਛੁਟਕਾਰਾ ਪਾਈਏ। ਸ਼ਲੋਕ ਮਹਲਾ ਤੀਜਾ। ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ। ਡਿਠੈ ਮੁਕਤ ਨਾ ਹੋਵਈ, ਜਿਚਰ ਸ਼ਬਦ ਨਾ ਕਰੇ ਵਿਚਾਰ। ਹਉਮੈ ਮੈਲ ਨਾ ਚੁਕਈ, ਨਾਮ ਨਾ ਲੱਗੇ ਪਿਆਰ।
ਇੱਕ ਆਪੇ ਬਖਸ਼ ਮਿਲਾਇਨ ਦੁਬਦਾ ਤਜ ਵਿਕਾਰ, ਨਾਨਕ ਇੱਕ ਦਰਸ਼ਨ ਦੇਖ ਮਰ ਮਿਲੇ ਸਤਿਗੁਰ ਹਿਤ ਪਿਆਰ। ਪੰਨਾ 594। ਅਰਥ, ਜਿਤਨਾ ਇਹ ਸਾਰਾ ਸੰਸਾਰ ਹੈ ਇਸ ਵਿੱਚ ਹਰੇਕ ਜੀਵ ਸਤਿਗੁਰ ਦੇ ਦਰਸ਼ਨ ਕਰਦਾ ਹੈ, ਪਰ ਨਿਰਾ ਦਰਸ਼ਨ ਕੀਤਿਆਂ ਮੁਕਤੀ ਨਹੀਂ ਮਿਲਦੀ। ਜਦ ਤਾਈਂ ਜੀਵ ਸਤਿਗੁਰ ਦੇ ਸ਼ਬਦ ਦੀ ਵਿਚਾਰ ਕਰਕੇ ਉਸ ਅਨੁਸਾਰ ਆਪਣਾ ਜੀਵਨ ਨਹੀਂ ਟਾਲਦਾ, ਕਿਉਂਕਿ ਅਜਿਹੇ ਉਦਮ ਕੀਤੇ ਬਿਨਾਂ ਅਹੰਕਾਰ ਰੂਪ ਮਨ ਦੀ ਮੈਲ ਨਹੀਂ ਉਤਰਦੀ ਤੇ ਨਾਮ ਵਿੱਚ ਪਿਆਰ ਨਹੀਂ ਬਣਦਾ। ਕਈ ਮਨੁੱਖਾਂ ਨੂੰ ਪ੍ਰਭੂ ਨੇ ਆਪ ਹੀ ਮਿਹਰ ਕਰਕੇ ਮਿਲਾ ਲਿਆ ਹੈ, ਜਿਨ੍ਹਾਂ ਨੇ ਮੇਰ ਤੇਰ ਤੇ ਵਿਕਾਰ ਛੱਡੇ ਹਨ। ਇਹ ਨਾਨਕ, ਕਈ ਮਨੁੱਖ ਸਤਿਗੁਰਾਂ ਦਾ ਦਰਸ਼ਨ ਕਰਕੇ ਸਤਿਗੁਰ ਦੇ ਪਿਆਰ ਦੇ ਆਸਰੇ ਮਰ ਮਿਲੇ ਆਪਾ ਭਾਵ ਗਵਾ ਕੇ ਹਰੀ ਵਿੱਚ ਮਿਲ ਗਏ ਹਨ। ਉਪਰੋਕਤ ਦੂਜੀ ਪੰਕਤੀ ਰਾਮਕਲੀ ਕੀ ਵਾਰ ਰਾਏ ਬਲਵੰਡ ਤਥਾ ਸਤੇਡੂ ਮਾਖੀ ਦੀ ਦੂਜੀ ਪੌੜੀ ਵਿੱਚੋਂ ਹੈ। ਪੂਰੀ ਪੌੜੀ ਇਸ ਪ੍ਰਕਾਰ ਹੈ। ਲੈਣੇ ਦੀ ਫੇਰਾਈਐ ਨਾਨਕ ਦੋਹੀ ਖਟੀਐ, ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫਿਰ ਪਲਟੀਐ। ਝੁੱਲੇ ਸੋ ਛਤ ਨਿਰੰਜਨੀ ਮਲ ਤਖਤ ਬੈਠਾ ਗੁਰ ਹਟੀਐ, ਕਰੇ ਜ ਗੁਰ ਫਰਮਾਇਆ ਸਿਲ ਜੋਗ ਅਲੂਣੀ ਚਟੀਐ। ਲੰਗਰ ਚੱਲੇ ਗੁਰ ਸ਼ਬਦ ਹਰ ਤੋਟ ਨ ਆਵੀ ਖਟੀਐ, ਖਰਚੇ ਦਿੱਤ ਖਸਮ ਦੀ ਆਪ ਖਹਿੰਦੀ ਖੈਰ ਦਬਟੀਐ। ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟੀਐ, ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸੱਚ ਜੇ ਗੁਰ ਫਰਮਾਇਆ ਕਿਉਂ ਏਦੋਂ ਬੋਲੋਂ ਹਟੀਐ, ਉਤਰੀ ਕੌਲ ਨਾ ਪਾਲਿਓ ਕਰ ਪੀਰੋਂ ਕੰਨ ਮਰੁਟੀਐ। ਪੰਨਾ 967। ਅਰਥ, ਬਾਬਾ ਲਹਿਣਾ ਜੀ ਦੇ ਸਿਰ ਉੱਤੇ ਸੁੰਦਰ ਰੱਬੀ ਛਤਰ ਝੁੱਲ ਰਿਹਾ ਹੈ। ਗੁਰੂ ਨਾਨਕ ਸਾਹਿਬ ਜੀ ਦੀ ਹੱਟੀ ਵਿੱਚ ਬਾਬਾ ਲਹਿਣਾ ਗੁਰੂ ਨਾਨਕ ਜੀ ਪਾਸੋਂ ਨਾਮ ਪਦਾਰਥ ਲੈ ਕੇ ਵੰਡਣ ਲਈ ਗੱਦੀ ਮੱਲ ਕੇ ਬੈਠਾ ਹੈ। ਬਾਬਾ ਲਹਿਣਾ ਜੀ ਗੁਰੂ ਨਾਨਕ ਸਾਹਿਬ ਜੀ ਦੇ ਫਰਮਾਏ ਹੋਏ ਹੁਕਮ ਨੂੰ ਪਾਲ ਰਹੇ ਹਨ। ਹੁਕਮ ਪਾਲਣ ਰੂਪ ਜੋਗ ਦੀ ਕਮਾਈ ਅਲੂਣੀ ਸਿਲ ਚੱਟਣ ਵਾਂਗ ਬੜੀ ਕਰੜੀ ਕਾਰ ਹੈ। ਬਾਬਾ ਲਹਿਣਾ ਜੀ ਅਕਾਲ ਪੁਰਖ ਦੀ ਦਿੱਤੀ ਹੋਈ ਨਾਮ ਦਾਤ ਵੰਡ ਰਹੇ ਹਨ, ਆਪ ਵੀ ਵਰਤਦੇ ਹਨ ਤੇ ਹੋਰਾਂ ਨੂੰ ਵੀ ਦਬਾ ਦਬ ਦਾਨ ਕਰ ਰਹੇ ਹਨ। ਗੁਰੂ ਨਾਨਕ ਜੀ ਦੀ ਹੱਟੀ ਵਿੱਚ ਗੁਰੂ ਦੇ ਸ਼ਬਦ ਦੀ ਰਾਹੀਂ ਨਾਮ ਦਾ ਲੰਗਰ ਚੱਲ ਰਿਹਾ ਹੈ, ਪਰ ਬਾਬਾ ਲਹਿਣਾ ਜੀ ਦੀ ਨਾਮ ਕਮਾਈ ਵਿੱਚ ਕੋਈ ਘਾਟਾ ਨਹੀਂ ਪੈਂਦਾ। ਗੁਰੂ ਅੰਗਦ ਸਾਹਿਬ ਜੀ ਦੇ ਦਰਬਾਰ ਵਿੱਚ ਮਾਲਕ ਅਕਾਲ ਪੁਰਖ ਦੀ ਸਿਫਤ ਸਲਾਹ ਹੋ ਰਹੀ ਹੈ। ਰੂਹਾਨੀ ਦੇਸ਼ਾਂ ਤੋਂ ਉਸ ਦਰ ਤੇ ਨੂਰ ਚੜ ਰਿਹਾ ਹੈ। ਇਹ ਸੱਚੇ ਸਤਿਗੁਰੂ ਅੰਗਦ ਦੇਵ ਜੀ, ਤੇਰਾ ਦੀਦਾਰ ਕੀਤਿਆਂ ਕਈ ਜਨਮਾਂ ਦੀ ਵਿਕਾਰਾਂ ਦੀ ਮੈਲ ਕੱਟੀ ਜਾਂਦੀ ਹੈ, ਕਿਉਂਕਿ ਇਹ ਗੁਰੂ ਅੰਗਦ ਸਾਹਿਬ, ਗੁਰੂ ਨਾਨਕ ਸਾਹਿਬ ਜੀ ਨੇ ਜੋ ਹੁਕਮ ਕੀਤਾ ਆਪ ਨੇ ਸੱਚ ਕਰਕੇ ਮੰਨਿਆ ਅਤੇ ਆਪ ਨੇ ਉਸ ਤੇ ਹੁਕਮ ਮੰਨਣ ਤੋਂ ਨਾ ਕੀਤੀ। ਸਤਿਗੁਰ ਜੇ ਪੁੱਤਰਾਂ ਬਚਨ ਨਾ ਮੰਨਿਆ, ਉਹ ਗੁਰੂ ਵੱਲ ਪਿੱਠ ਦੇ ਕੇ ਹੀ ਹੁਕਮ ਮੋੜਦੇ ਰਹੇ। ਜੋ ਲੋਕ ਖੋਟਾ ਦਿਲ ਹੋਣ ਦੇ ਕਾਰਨ ਗੁਰੂ ਵੱਲੋਂ ਆਕੇ ਹੋਏ ਫਿਰਦੇ ਹਨ, ਉਹ ਲੋਕ ਦੁਨੀਆ ਦੇ ਧੰਦਿਆਂ ਦੀ ਛੱਟ ਦਾ ਭਾਰ ਬੰਨ੍ਹ ਕੇ ਚੁੱਕੀ ਰੱਖਦੇ ਹਨ, ਪਰ ਜੀਵਾਂ ਦੇ ਵੀ ਕੀ ਬਸ। ਆਪਣੀ ਸਮਰੱਥਾ ਦੇ ਆਸਰੇ ਉਹ ਇਸ ਖੇਡ ਵਿੱਚ ਨਾ ਕੋਈ ਹਾਰਨ ਵਾਲਾ ਹੈ, ਨਾ ਕੋਈ ਜਿੱਤਣ ਯੋਗ ਹੈ। ਜਿਸ ਗੁਰੂ ਨਾਨਕ ਜੀ ਨੇ ਇਹ ਰਜਾ ਮੰਨਣ ਦਾ ਹੁਕਮ ਫਰਮਾਇਆ, ਉਹ ਆਪ ਹੀ ਕਾਰ ਕਰਨ ਵਾਲਾ ਸੀ। ਜਿਸ ਨੇ ਹੁਕਮ ਖੇਡ ਰਚੀ, ਉਸ ਨੇ ਆਪ ਹੀ ਬਾਬਾ ਲਹਿਣਾ ਜੀ ਨੂੰ ਹੁਕਮ ਮੰਨਣ ਦੇ ਸਮਰੱਥ ਬਣਾਇਆ। ਦੋਹੀਂ ਥਾਈਂ ਆਪਾ ਭਾਵ ਗਵਾ ਕੇ ਹੁਕਮ ਮੰਨਣ ਦੀ ਸਿੱਖਿਆ ਹੈ। ਕੇਵਲ ਬਾਹਰੀ ਦਰਸ਼ਨਾਂ ਦੀ ਗੱਲ ਨਹੀਂ ਹੈ। ਗੁਰੂ ਅੰਗਦ ਸਾਹਿਬ ਜੀ ਦੇ ਦਰਸ਼ਨਾਂ ਦੀ ਗੱਲ ਦੇ ਨਾਲ ਉਹਨਾਂ ਦੇ ਹੁਕਮ ਮੰਨਣ ਵਾਲੇ ਗੁਣਾਂ ਦਾ ਅਤੇ ਸਤਿਗੁਰ ਦੇ ਬੇਟਿਆਂ ਦੇ ਆਕੀ ਹੋਏ ਫਿਰਨ ਵਾਲੇ ਔਗਣ ਦਾ ਚੇਤਾ ਵੀ ਨਾਲ ਹੀ ਕਰਾਇਆ ਹੈ। ਸੋ ਸਤਿਗੁਰਾਂ ਦੇ ਦਰਸ਼ਨਾਂ ਦਾ ਅਰਥ ਆਪਾ ਭਾਵ ਗਵਾ ਕੇ ਉਹਨਾਂ ਦੀ ਸਿੱਖਿਆ ਅਨੁਸਾਰ ਜੀਵਨ ਬਣਾਉਣਾ ਹੀ ਗੁਰਮਤਿ ਦਾ ਸਿਧਾਂਤ ਹੈ। ਭਾਵੇਂ ਪ੍ਰਮਾਤਮਾ ਦੇ ਦਰਸ਼ਨਾਂ ਦੀ ਗੱਲ ਦੋ ਵਾਰ ਹੈ, ਪਰ ਮਨ ਇੱਛੇ ਫਲਾਂ ਦੀ ਪ੍ਰਾਪਤੀ ਦਾ ਭਰੋਸਾ ਨਜ਼ਰ ਨਹੀਂ ਆਉਂਦਾ। ਆਓ ਇਕਾਗਰ ਚਿੱਤ ਹੋ ਕੇ ਪਾਵਨ ਗੁਰੂ ਸ਼ਬਦ ਦੀ ਵਿਚਾਰ ਵਿੱਚ ਮਨ ਜੋੜ ਕੇ ਸਮਝੀਏ ਕਿ ਪ੍ਰਭੂ ਦੇ ਦਰਸ਼ਨ ਕਿਵੇਂ ਤੇ ਕਿਸ ਰੰਗ ਵਿੱਚ ਹੋ ਰਹੇ ਹਨ। ਮਾਝ ਮਹੱਲਾ ਪੰਜਵਾਂ। ਅਨਹਦ ਵਾਜੇ ਸਹਿਜ ਸੁਹੇਲਾ, ਸ਼ਬਦ ਆਨੰਦ ਕਰੇ ਸਦ ਕੇਲਾ। ਸਹਿਜ ਗੁਫਾ ਮੈਂ ਤਾੜੀ ਲਾਈ, ਆਸਣ ਊਚ ਸਵਾਰਿਆ ਜੀਓ। ਫੇਰ ਘੇਰ ਆਪਣੇ ਗ੍ਰਹਿ ਮੈਂ ਆਇਆ, ਜੋ ਲੋੜੀਂਦਾ ਸੋਈ ਪਾਇਆ। ਤ੍ਰਿਪਤ ਅਗਾਏ ਰਿਹਾ ਹੈ ਸੰਤੋ, ਗੁਰ ਅਨੁਭਵ ਪੁਰਖ ਦਿਖਾਰਿਆ ਜੀਓ। ਆਪੇ ਰਾਜਨ ਆਪੇ ਲੋਗਾ, ਆਪ ਨਿਰਬਾਣੀ ਆਪੇ ਭੋਗਾ। ਆਪੇ ਤਖਤ
ਬਹੇ ਸੱਚ ਨਿਆਈ, ਸਭ ਚੂਕੀ ਕੂਪ ਪੁਕਾਰਿਆ ਜਿਉ। ਜਿਹਾ ਡਿਠਾ ਮੈਂ ਤੇਹੋ ਕਹਿਆ, ਤਿਸ ਰਸ ਆਇਆ ਜਿਨ ਭੇਦ ਲਹਿਆ। ਜੋਤੀ ਜੋਤ ਮਿਲੀ ਸੁਖ ਪਾਇਆ, ਜਾਂ ਨਾਨਕ ਇੱਕ ਪਸਾਰਿਆ ਜਿਉ। ਪੰਨਾ 97। ਕਈ ਪ੍ਰਚਾਰਕ ਅਥਵਾ ਗ੍ਰੰਥੀ ਸਿੰਘ ਗਿਆਨ ਦੇ ਅਥਾਹ ਸਾਗਰ ਗੁਰਬਾਣੀ ਵਿੱਚੋਂ ਚੁਣੀਆਂ ਹੋਈਆਂ ਹੋਰ ਕਈ ਪੰਕਤੀਆਂ ਦੇ ਮਨਮਤੀ ਅਰਥਾਂ ਨਾਲ ਸਰੋਤਿਆਂ ਦੇ ਮਨਾਂ ਵਿੱਚ ਗੁਰਦੇਵ ਜੀ ਦੇ ਸਰੂਪ ਦੇ ਦਰਸ਼ਨ ਮਾਤਰ ਤੋਂ ਹੀ ਮਨਿੱਛੇ ਫਲਾਂ ਦੀ ਪ੍ਰਾਪਤੀ ਦਾ ਭਰੋਸਾ ਬਣਾਈ ਜਾ ਰਹੇ ਹੁੰਦੇ ਹਨ। ਪਾਠਕ ਸੱਜਣ ਗੁਰ ਸ਼ਬਦ ਵਿਚਾਰ ਤੋਂ ਭਲੀ ਭਾਂਤੀ ਸਮਝ ਲੈਣਗੇ ਕਿ ਅਜਿਹਾ ਕਰਮ ਗੁਰਮਤਿ ਵਿਰੋਧੀ ਹੈ। ਉਦਾਹਰਨ ਵਜੋਂ ਜਿਵੇਂ ਨੰਬਰ 1 ਆਸ ਮਨੋਰਥ ਪੂਰਨ ਹੋਵੇ, ਭੇਟਤ ਗੁਰ ਦਸਾਇਆ ਜਿਉ। ਨੰਬਰ 2 ਦਰਸ਼ਨ ਦੇਖ ਭਈ ਮਤ ਪੂਰੀ, 68 ਮੱਝਨ ਚਰਨਾ ਤੋਰੀ। ਨੰਬਰ 3 ਜਬ ਤੇ ਦਰਸ਼ਨ ਭੇਟੇ ਸਾਧੂ, ਭਲੇ ਦਿਨ ਸੋ ਆਏ। ਇਸ ਤਰ੍ਹਾਂ ਗੁਰਬਾਣੀ ਦੀਆਂ ਹੋਰ ਵੀ ਬੇਅੰਤ ਪੰਕਤੀਆਂ ਹਨ ਜਿਨ੍ਹਾਂ ਦੀ ਮਨਮਤੀ ਵਰਤੋਂ ਦੇ ਕਾਰਨ ਬਣੇ ਨਿਰਮੂਲ ਭਰਮ ਦਾ ਹੀ ਸਿੱਟਾ ਹੈ ਕਿ ਕਈ ਅਗਿਆਨੀ ਸ਼ਰਧਾਲੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੁਮਾਲਾ ਹਟਾ ਕੇ ਪੱਤਰਿਆਂ ਦੇ ਦਰਸ਼ਨਾਂ ਨਾਲ ਅੱਖੀਆਂ ਪਵਿੱਤਰ ਕਰ ਰਹੇ ਹੁੰਦੇ ਹਨ। ਅਜਿਹਾ ਕਰਨਾ ਵੀ ਗੁਰਮਤਿ ਵਿਰੋਧੀ ਕਰਮ ਹੀ ਹੈ। ਆਓ ਉਪਰੋਕਤ 3 ਪਾਵਨ ਪੰਕਤੀਆਂ ਵਾਲੇ ਗੁਰੂ ਸ਼ਬਦਾਂ ਦੀ ਵਿਚਾਰ ਤੋਂ ਸਤਿਗੁਰਾਂ ਦੇ ਅਸਲ ਸਿਧਾਂਤ ਨੂੰ ਹੋਰ ਵੀ ਸਪਸ਼ਟਤਾ ਨਾਲ ਸਮਝ ਕੇ ਆਪਣਾ ਜੀਵਨ ਗੁਰਮਤਿ ਗਿਆਨ ਅਨੁਸਾਰ ਢਾਲਣ ਦੇ ਸ਼ੁਭ ਕਾਰੇ ਲੱਗੀਏ। ਮਨਸਾ ਧਾਰ ਜੋ ਘਰ ਤੇ ਆਵੇ, ਸਾਧ ਸੰਗ ਜਨਮ ਮਰਨ ਮਿਟਾਵੇ। ਆਸ ਮਨੋਰਥ ਪੂਰਨ ਹੋਵੇ, ਭੇਟਤ ਗੁਰ ਦਰਸਾਇਆ ਜਿਉ। ਅਗੰਮ ਅਗੋਚਰ ਕਿਛ ਮਿਤ ਨਹੀਂ ਜਾਨੀ, ਸਾਧਕ ਸਿੱਧ ਧਿਆਵੇਂ ਗਿਆਨੀ। ਖੁਦੀ ਮਿੱਟੀ ਚੂਕਾ ਭੁਲਾਵਾ, ਗੁਰ ਮਨ ਹੀ ਮੈਂ ਪ੍ਰਗਟਾਇਆ ਜਿਉ। ਆਨੰਦ ਮੰਗਲ ਕਲਿਆਣ ਨਿਧਾਨਾ, ਸੂਖ ਸਹਿਜ ਹਰ ਨਾਮ ਬਖਾਨਾ। ਹੋਏ ਕਿਰਪਾਲ ਸੁਆਮੀ ਆਪਣਾ, ਨਾਉ ਨਾਨਕ ਘਰ ਮੈਂ ਆਇਆ ਜਿਉ। ਪੰਨਾ 104। ਅਰਥ ਜਿਹੜਾ ਮਨੁੱਖ ਪਰਮਾਤਮਾ ਦੇ ਮਿਲਾਪ ਦੀ ਤਾਂਘ ਕਰਕੇ ਘਰੋਂ ਤੁਰਦਾ ਹੈ, ਉਹ ਸਾਧ ਸੰਗਤ ਵਿੱਚ ਆ ਕੇ ਪ੍ਰਭੂ ਨਾਮ ਦੀ ਬਰਕਤ ਨਾਲ ਆਪਣਾ ਜਨਮ ਮਰਨ ਦਾ ਗੇੜ ਮੁਕਾ ਲੈਂਦਾ ਹੈ। ਸਾਧ ਸੰਗਤ ਵਿੱਚ ਗੁਰੂ ਦਾ ਦਰਸ਼ਨ ਕਰਕੇ ਉਸ ਦਾ ਇਹ ਆਸ ਮਨੋਰਥ ਪੂਰਾ ਹੋ ਜਾਂਦਾ ਹੈ। ਯੋਗ ਸਾਧਨਾ ਕਰਨ ਵਾਲੇ ਅਥਵਾ ਯੋਗ ਵਿੱਚ ਪੁੱਗੇ ਹੋਏ ਯੋਗੀ ਗਿਆਨਵਾਨ ਮਨੁੱਖ ਸਮਾਧੀਆਂ ਲਾਉਂਦੇ ਹਨ, ਪਰ ਕੋਈ ਬੰਦਾ ਇਹ ਪਤਾ ਨਹੀਂ ਕਰ ਸਕਦਾ ਕਿ ਉਹ ਅਪਹੁੰਚ ਅਤੇ ਅਗੋਚਰ ਪ੍ਰਭੂ ਕਿੱਡਾ ਵੱਡਾ ਹੈ। ਗੁਰੂ ਦੀ ਸ਼ਰਨ ਪੈ ਕੇ ਜਿਸ ਮਨੁੱਖ ਦੀ ਹਉਮੈ ਦੂਰ ਹੋ ਜਾਂਦੀ ਹੈ, ਉਸ ਦੇ ਮਨ ਵਿੱਚ ਬੇਅੰਤ ਪ੍ਰਭੂ ਦਾ ਪ੍ਰਕਾਸ਼ ਹੋ ਜਾਂਦਾ ਹੈ। ਇਹ ਨਾਨਕ, ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਸ ਦੇ ਹਿਰਦੇ ਵਿੱਚ ਆਤਮਿਕ ਆਨੰਦ ਖੁਸ਼ੀਆਂ ਦੇ ਖਜ਼ਾਨੇ ਪ੍ਰਗਟ ਹੋ ਜਾਂਦੇ ਹਨ। ਉਸ ਦੇ ਅੰਦਰ ਆਤਮਿਕ ਅਡੋਲਤਾ ਪੈਦਾ ਹੋ ਜਾਂਦੀ ਹੈ। ਜਿਸ ਮਨੁੱਖ ਤੇ ਮਾਲਕ ਪ੍ਰਭੂ ਦਇਆਵਾਨ ਹੁੰਦਾ ਹੈ, ਉਸ ਦੇ ਹਿਰਦੇ ਵਿੱਚ ਉਸ ਦਾ ਨਾਮ ਵਸ ਪੈਂਦਾ ਹੈ। ਐਸੋ ਦਾਸ ਮਿਲੇ ਸੁਖ ਹੋਈ, ਦੁੱਖ ਵਿਸਰੇ ਪਾਵੇ ਸੱਚ ਸੋਈ। ਦਰਸ਼ਨ ਦੇਖ ਭਈ ਮਤ ਪੂਰੀ, 68 ਮੱਝਨ ਚਰਨਾ ਤੋਰੀ। ਰਹਾਉ ਨੇਤਰ ਸੰਤੋਖੇ ਏਕ ਲਿਵਤਾਰਾ, ਜਿਹਵਾ ਸੂਚੀ ਹਰ ਰਸ ਸਾਰਾ। ਸੱਚ ਕਰਨੀ ਅਬ ਅੰਤਰ ਸੇਵਾ, ਮਨ ਤ੍ਰਿਪਤਾਸਿਆ ਅਲਖ ਅਪੇਵਾ। ਜੈ ਜੈ ਦੇਖੂੰ ਤੈ ਤੈ ਸਾਚਾ, ਬਿਨ ਬੂਝੇ ਝਗਰਤ ਜਗ ਕਾਚਾ। ਗੁਰ ਸਮਝਾਵੇ ਸੋਝੀ ਹੋਈ, ਗੁਰਮੁਖ ਵਿਰਲਾ ਬੂਝੈ ਕੋਈ। ਕਰ ਕਿਰਪਾ ਰਾਖੋ ਰਖਵਾਲੇ, ਬਿਨ ਬੂਝੇ ਪਸ਼ੂ ਭਏ ਬੇਤਾਲੇ। ਗੁਰ ਕਹਿਆ ਅਵਰ ਨਹੀਂ ਦੂਜਾ, ਕਿਸ ਕੋ ਦੇਖ ਕਰੂੰ ਅਨ ਪੂਜਾ। ਸੰਤ ਹੇਤ ਪ੍ਰਭ ਤਿਰ ਭਵਨ ਧਾਰੇ, ਆਤਮ ਚੀਨੇ ਸੋ ਤਤ ਵਿਚਾਰੇ। ਸਾਚ ਹਿਰਦੇ ਸਚ ਪ੍ਰੇਮ ਨਿਵਾਸ, ਪ੍ਰਣਵਤ ਨਾਨਕ ਹਮ ਤਾਕੇ ਦਾਸ। ਪੰਨਾ 224। ਜਬ ਤੇ ਦਰਸ਼ਨ ਭੇਟੇ ਸਾਧੂ, ਭਲੇ ਦਿਵਸ ਉਹ ਆਏ। ਮਹਾ ਆਨੰਦ ਸਦਾ ਕਰ ਕੀਰਤਨ, ਪੁਰਖ ਵਿਧਾਤਾ ਪਾਏ। ਅਬ ਮੋਹਿ ਰਾਮ ਜਸੋ ਮਨ ਗਾਇਓ, ਭਇਓ ਪ੍ਰਗਾਸ਼ ਸਦਾ ਸੁਖ ਮਨ ਮੈਂ। ਸਤਿਗੁਰ ਪੂਰਾ ਪਾਇਓ। ਰਹਾਉ ਗੁਣ ਨਿਧਾਨ ਹਿਰਦ ਭੀਤਰ ਵਸਿਆ, ਤਾਂ ਦੁਖ ਭਰਮ ਪਉ ਭਾਗਾ। ਭਈ ਪ੍ਰਾਪਤ ਵਸਤ ਅਗੋਚਰ, ਰਾਮ ਨਾਮ ਰੰਗ ਲਾਗਾ। ਚਿੰਤ ਅਚਿੰਤਾ ਸੋਚ ਅਸੋਚਾ, ਸੋਗ ਲੋਭ ਮੋਹ ਥਾਕਾ। ਹਉਮੈ ਰੋਗ ਮਿਟੇ ਕਿਰਪਾ ਤੇ, ਜਮ ਤੇ ਭਏ ਬੇਬਾਕਾ। ਗੁਰ ਕੀ ਟਹਿਲ ਗੁਰ ਕੀ ਸੇਵਾ, ਗੁਰ ਕੀ ਆਗਿਆ ਭਾਣੀ। ਕਹੋ ਨਾਨਕ ਜਿਨ ਜਮ ਤੇ ਕਾਢੇ, ਤਿਸ ਗੁਰ ਕੈ ਕੁਰਬਾਣੀ। ਪੰਨਾ 671। ਅਰਥ ਹੇ ਭਾਈ, ਮੈਨੂੰ ਗੁਰੂ ਮਿਲ ਪਿਆ ਹੈ, ਜਿਸ ਵਾਸਤੇ ਉਸ ਦੀ ਕਿਰਪਾ ਨਾਲ
ਹੁਣ ਮੈਂ ਪਰਮਾਤਮਾ ਦੀ ਸਿਫਤ ਸਲਾਹ ਆਪਣੇ ਮਨ ਵਿੱਚ ਗਾ ਰਿਹਾ ਹਾਂ। ਮੇਰੇ ਅੰਦਰ ਆਤਮਿਕ ਜੀਵਨ ਦਾ ਚਾਨਣ ਹੋ ਗਿਆ ਹੈ। ਮੇਰੇ ਮਨ ਵਿੱਚ ਸਦਾ ਆਨੰਦ ਬਣਿਆ ਰਹਿੰਦਾ ਹੈ। ਜਦੋਂ ਤੋਂ ਗੁਰੂ ਦੇ ਦਰਸ਼ਨ ਪ੍ਰਾਪਤ ਹੋਏ ਹਨ, ਮੇਰੇ ਇਹੋ ਜਿਹੇ ਚੰਗੇ ਦਿਨ ਆ ਗਏ ਹਨ ਕਿ ਪਰਮਾਤਮਾ ਦੀ ਸਿਫਤ ਸਲਾਹ ਕਰ ਕਰਕੇ ਮੇਰੇ ਅੰਦਰ ਸੁੱਖ ਬਣ ਰਿਹਾ ਹੈ। ਮੈਨੂੰ ਸਰਬ ਵਿਆਪਕ ਕਰਤਾਰ ਮਿਲ ਪਿਆ ਹੈ। ਇਹ ਭਾਈ, ਗੁਰੂ ਦੀ ਕਿਰਪਾ ਨਾਲ ਜਦੋਂ ਤੋਂ ਗੁਣਾਂ ਦਾ ਖਜ਼ਾਨਾ ਪ੍ਰਮਾਤਮਾ ਮੇਰੇ ਹਿਰਦੇ ਵਿੱਚ ਆ ਵਸਿਆ ਹੈ, ਤਦੋਂ ਤੋਂ ਮੇਰਾ ਹਰੇਕ ਦੁੱਖ ਭਰਮ ਦੂਰ ਹੋ ਗਿਆ। ਪ੍ਰਮਾਤਮਾ ਦੇ ਨਾਮ ਵਿੱਚ ਮੇਰਾ ਪਿਆਰ ਬਣ ਗਿਆ। ਮੈਨੂੰ ਉਹ ਉੱਤਮ ਚੀਜ਼ ਪ੍ਰਾਪਤ ਹੋ ਗਈ ਹੈ ਜਿਸ ਤੱਕ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਸੀ ਹੋ ਸਕਦੀ। ਗੁਰੂ ਦੇ ਦਰਸ਼ਨ ਦੀ ਬਰਕਤ ਨਾਲ ਮੈਂ ਸਾਰੀਆਂ ਚਿੰਤਾ ਅਤੇ ਸੋਚਾਂ ਤੋਂ ਬਚ ਗਿਆ। ਮੇਰੇ ਅੰਦਰੋਂ ਗਮ ਮਿਟ ਗਿਆ ਹੈ ਅਤੇ ਮੋਹ ਦੂਰ ਹੋ ਗਿਆ। ਗੁਰੂ ਦੀ ਕਿਰਪਾ ਨਾਲ ਮੇਰੇ ਅੰਦਰੋਂ ਹਉਮੈ ਆਦਿਕ ਰੋਗ ਮਿਟ ਗਏ। ਜਮਰਾਜ ਤੋਂ ਮੇਰਾ ਡਰ ਮੁੱਕ ਗਿਆ। ਇਹ ਭਾਈ, ਹੁਣ ਮੈਨੂੰ ਗੁਰੂ ਦੀ ਟਹਿਲ ਸੇਵਾ, ਗੁਰੂ ਦੀ ਰਜ਼ਾ ਹੀ ਪਿਆਰੀ ਲੱਗਦੀ ਹੈ। ਇਹ ਨਾਨਕ ਆਖ, ਇਹ ਭਾਈ, ਮੈਂ ਉਸ ਗੁਰੂ ਤੋਂ ਸਦਕੇ ਜਾਂਦਾ ਹਾਂ ਜਿਸ ਨੇ ਮੈਨੂੰ ਆਤਮਿਕ ਮੌਤ ਰੂਪ ਜਮ ਤੋਂ ਬਚਾ ਲਿਆ ਹੈ। ਉਪਰੋਕਤ ਗੁਰੂ ਸ਼ਬਦਾਂ ਦੀ ਵਿਚਾਰ ਤੋਂ ਸਤਿਗੁਰੂ ਜੀ ਦੇ ਦਰਸ਼ਨਾਂ ਦੀ ਬਰਕਤਾਂ ਦਾ ਗਿਆਨ ਹੋ ਜਾਣ ਨਾਲ ਕੇਵਲ ਨੇਤਰਾਂ ਦੇ ਤਲ ਤੱਕ ਕੀਤੇ ਦਰਸ਼ਨਾਂ ਦੀ ਖਾਮੀ ਬਾਰੇ ਸੂਝ ਆ ਜਾਣ ਵਿੱਚ ਕੋਈ ਕਸਰ ਨਹੀਂ ਰਹਿਣੀ ਚਾਹੀਦੀ। ਕੇਵਲ ਬਾਹਰਲੀ ਨੇਤਰਾਂ ਨਾਲ ਦਰਸ਼ਨ ਦਿਦਾਰਿਆਂ ਦੀ ਗੱਲ ਹੋਵੇ ਤਾਂ ਨੇਤਰਹੀਣ ਸ਼ਰਧਾਲੂਆਂ ਦਾ ਕੀ ਬਣੇ। ਸੋ ਗੁਰੂ ਬਾਣੀ ਵਿੱਚ ਦਰਸ਼ਨ ਆਤਮਿਕ ਅੱਖਾਂ ਦੇ ਹੀ ਹਨ। ਹਿਰਦੇ ਵਿੱਚ ਪ੍ਰਗਟ ਹੋਣ ਵਾਲੇ ਆਨੰਦਮਈ ਦਰਸ਼ਨਾਂ ਦੀ ਗੱਲ ਹੈ। ਗੁਰਮਤਿ ਕੇਵਲ ਮਨ ਅਤੇ ਆਤਮਾ ਦੇ ਰੋਗਾਂ ਦਾ ਦਾਰੂ ਹੈ। ਸਰੀਰਕ ਰੋਗ, ਜਨਮ ਮਰਨ, ਦੁੱਖ ਸੁੱਖ ਸਭ ਹੁਕਮ ਵਿੱਚ ਹਰ ਕਾ ਕੀਆ ਹੈ। ਗੁਰਮਤਿ ਸਿੱਖਿਆ ਅਨੁਸਾਰ ਜੀਵਨ ਜੁਗਤ ਸਵਾਰ ਲੈਣਾ ਹੀ ਸਤਿਗੁਰਾਂ ਦੇ ਸਾਖਸ਼ਾਤ ਦਰਸ਼ਨ ਹਨ। ਸਤ ਸਤ ਕਰ ਗੁਰੂ ਹੁਕਮ ਮੰਨਣ ਦੀ ਸਾਧਨਾ ਹੀ ਸਤਿਗੁਰ ਜੀ ਨਾਲ ਸੱਚਾ ਮਿਲਾਪ ਹੈ। ਸਤਿਗੁਰਾਂ ਦੇ ਹੁਕਮਾਂ ਤੇ ਚੱਲਦਿਆਂ ਜੀਵਨ ਜੁਗਤ ਸਵਾਰਨਾ ਦੀ ਕਾਲਣਾ ਸਤਿਗੁਰਾਂ ਦੇ ਅਸਲ ਦਰਸ਼ਨ ਹਨ। ਕੇਵਲ ਨੇਤਰਾਂ ਨਾਲ ਵੇਖਣ ਦੀ ਗੱਲ ਨਹੀਂ ਹੋ ਰਹੀ, ਸਗੋਂ ਸੇਵਕ ਸੇਖ ਪੂਜਣ ਸਭ ਆਵੇਂ, ਸਭ ਗਾਵੇਂ ਹਰ ਹਰ ਉਤਮ ਬਾਣੀ, ਗਾਵਿਆ ਸੁਣਿਆ ਤਿਨ ਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਅੰਨਾ 669। ਸਤਿਗੁਰਾਂ ਦੀ ਆਗਿਆ ਸਤ ਸਤ ਕਰ ਮੰਨਣ ਦਾ ਕੇਵਲ ਮਾਤਰ ਭਾਵ ਇਹੀ ਹੈ ਕਿ ਅਸੀਂ ਆਪਣਾ ਜੀਵਨ ਗੁਰੂ ਹੁਕਮਾਂ ਅਨੁਸਾਰ ਢਾਲ ਲਈਏ। ਜੇ ਗੁਰਮਤਿ ਅਨੁਸਾਰ ਜੀਵਨ ਨਹੀਂ ਬਣਾਉਣਾ ਅਤੇ ਆਪਣੀ ਜੀਵਨ ਮਰਜ਼ਾਦਾ ਮਨਮੁਖਾਂ ਵਾਲੀ ਹੀ ਰੱਖਣੀ ਹੈ ਤਾਂ ਬਾਣੀ ਸੁਣਨ ਦਾ, ਪੜ੍ਹਨ ਦਾ ਕੀ ਲਾਭ। ਧਾਰਮਿਕ ਚਿੰਨ੍ਹਾਂ ਦਾ ਸ਼ਿੰਗਾਰ ਫੋਕਟ ਵਿਖਾਵਾ ਬਣ ਕੇ ਰਹਿ ਜਾਂਦਾ ਹੈ ਅਤੇ ਪ੍ਰਭੂ ਦਰ ਤੋਂ ਫਿਟਕਾਰਾਂ ਦੇ ਸਿਵਾ ਹੋਰ ਕੁਝ ਵੀ ਪੱਲੇ ਨਹੀਂ ਪੈਂਦਾ। ਕਹੇ ਪ੍ਰਭ ਅਵਰ ਅਵਰ ਕਿਛ ਕੀਜੈ, ਸਭ ਬਾਦ ਸ਼ਿੰਗਾਰ ਫੋਕਟ ਫੋਕਟਈਆ, ਕੀਓ ਸ਼ਿੰਗਾਰ ਮਿਲਣ ਕੇ ਤਾਈ, ਪ੍ਰਭ ਲਿਓ ਸੁਹਾਗਣ ਥੂਕ ਮੁਖ ਪਈਆ। ਪੰਨਾ 836। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 8ਵਾਂ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। 6ਵੇਂ ਕਾਂਡ ਦਾ 3 ਤੋਂ 7ਵਾਂ ਭਾਗ। ਆਵਾਜ਼ ਗੁਰਜੰਟ ਸਿੰਘ ਰੂਪਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।